ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਅੱਜ ਇੱਕ ਵਿਸ਼ੇਸ਼ ਮੁਲਾਕਾਤ, ਬੜੀ ਹੀ ਇੰਪੋਰਟੈਂਟ ਮੁਲਾਕਾਤ। ਸਤਿ ਸ੍ਰੀ ਅਕਾਲ, ਨਮਸਕਾਰ। ਮੁਲਾਕਾਤ ਹੋਏਗੀ ਕਾਨੂੰਨੀ ਨੁਕਤਿਆਂ ਤੇ, ਕੁਝ ਉਹਨਾਂ ਮਸਲਿਆਂ ਤੇ ਕਾਨੂੰਨੀ ਜਾਣਕਾਰੀ ਲਈ ਜਾਏਗੀ। ਇਹ ਜਾਣਕਾਰੀ ਸਾਨੂੰ ਦੇਣਗੇ ਪ੍ਰਸਿੱਧ ਵਕੀਲ ਐਡਵੋਕੇਟ RS ਬੈਂਸ, ਜਿਹੜੇ ਕਿ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਨੇ ਤੇ ਪਿਛਲੇ 37 ਸਾਲ ਤੋਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਆ। ਇਹਨਾਂ ਨੇ ਜਿਹੜੇ ਵੱਡੇ ਕੇਸ ਲੜੇ ਉਹ ਹਿਊਮਨ ਰਾਈਟਸ ਦੇ ਆ, ਪੁਲਿਸ ਐਕਸੈਸਿਸ ਦੇ ਆ, ਜਸਵੰਤ ਸਿੰਘ ਖਾਲੜਾ ਕੇ ਢੱਟ ਕੇਸ, ਕੁਲਜੀਤ ਸਿੰਘ ਢੱਟ, ਭਗਤ ਸਿੰਘ ਦੀ ਭੈਣ ਦੇ ਰਿਲੇਟਿਵ ਦਾ ਕੇਸ, ਉਹ ਸਾਰੇ ਇਹਨਾਂ ਨੇ ਲੜੇ ਆ। ਗੱਲ ਕਰਾਂਗੇ 3-4 ਮਸਲਿਆਂ ਤੇ ਆਪਾਂ ਹੁਣ ਸਵਾਗਤ ਕਰਦੇ ਹਾਂ ਬੈਂਸ ਸਾਹਿਬ ਦਾ ਇਸ ਪ੍ਰੋਗਰਾਮ ਦੇ ਵਿੱਚ, ਇਸ ਸ਼ੋਅ ਦੇ ਵਿੱਚ। ਬੈਂਸ ਸਾਹਿਬ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। शुक्रिया जी, शुक्रिया, सत श्री अकाल जी। ਬੈਂਸ ਸਾਹਿਬ, ਪਹਿਲਾ ਸਵਾਲ ਸ਼ੁਰੂ ਕਰਾਂਗੇ। ਇੱਕ ਬੜੀ ਗੁਲਝਣਦਾਰ ਜਿਹੜੀ ਸਿਚੁਏਸ਼ਨ ਆ ਉਹ ਕ੍ਰੀਏਟ ਹੋਈ ਆ ਆਸ਼ੀਸ਼ ਕਪੂਰ ਪੂਨਮ ਰਾਜਨ ਦੇ ਕੇਸ ਦੇ ਵਿੱਚ, ਜਿੱਥੇ ਗਵਾਹ ਨੇ 2 ਕਿਸਮ ਦਾ ਬਿਆਨ ਦੇ ਕੇ ਪੂਨਮ ਰਾਜਨ ਤੇ ਉਹਦੀ ਮਾਂ ਭੈਣ ਨੂੰ ਕੈਦ ਕਰਾ ਦਿੱਤਾ। ਉਹ ਫਿਰ ਆਪਣਾ ਬਦਲ ਗਿਆ, ਬਿਆਨ ਬਦਲ ਗਿਆ। ਕੁੰਵਰ ਵਿਜੇ ਪ੍ਰਤਾਪ ਦੇ ਸਾਹਮਣੇ, ਉਹਦੀ ਇਨਵੈਸਟੀਗੇਸ਼ਨ ਦੇ ਸਾਹਮਣੇ ਕੋਈ ਵੀ ਸਮਾਨ ਦੀ ਗੱਲ ਕਰ ਰਹੇ ਹਾਂ, ਉਹ ਇੱਕ ਵਪਾਰੀ ਕਾਨੂੰਨ ਦਾ ਨਹੀਂ। ਉਹਨੇ ਡੇਰਾਬੱਸੀ ਅਦਾਲਤ ਦੇ ਵਿੱਚ ਕਿਹੋ ਜਿਹਾ ਬਿਆਨ ਜਿਹਦੇ ਨਾਲ ਪੂਨਮ ਰਾਜਨ ਤੇ ਉਹਦੀ ਮਾਂ ਤੇ ਭਰਾ ਨੂੰ ਕੈਦ ਹੋ ਗਈ। ਇਮੀਗ੍ਰੇਸ਼ਨ ਫਰਾਡ ਦਰਜ ਕਰਾਇਆ ਸੀ ਜ਼ੀਰਕਪੁਰ। ਹੁਣ ਸਾਬਤ ਹੋ ਗਿਆ ਪੰਜਾਬ ਪੁਲਿਸ ਕੰਪਲੇਂਟਸ ਅਥਾਰਟੀ ਦੀ ਰਿਪੋਰਟ ਤੋਂ ਬਾਅਦ ਕਿ ਉਹ ਪਰਚਾ ਹੀ ਝੂਠਾ ਸੀ। ਰੀਇਨਵੈਸਟੀਗੇਸ਼ਨ ਰਿਕਮੈਂਡ ਕਰਤੀ ਗਈ ਹੈ। ਇਹ ਕਿਸ ਬੇਸ ਤੇ ਰਿਕਮੈਂਡ ਹੋਈ? ਅਗੇਨ ਹੇਮਰਾਜ ਮਿੱਤਲ ਨੇ ਇੱਕ ਨਵਾਂ ਬਿਆਨ ਦੇ ਦਿੱਤਾ। ਕਹਿਤਾ ਜੀ ਜਿਹੜਾ ਬਿਆਨ ਮੈਂ ਪਹਿਲਾਂ ਜ਼ੀਰਕਪੁਰ ਪੁਲਿਸ ਨੂੰ ਦਿੱਤਾ ਸੀ ਤੇ ਡੇਰਾਬੱਸੀ ਅਦਾਲਤ ਨੂੰ ਦਿੱਤਾ ਸੀ, ਉਹ ਝੂਠਾ ਸੀ। ਮੈਂ ਹੁਣ ਤੁਹਾਨੂੰ ਸੱਚ ਦੱਸ ਦਿੰਦਾ। ਦਫਾ 164 ਜਿਹੜੀ ਹੈਗੀ ਆ ਉਹਦੇ ਥੱਲੇ ਇਹਦਾ ਬਿਆਨ ਦਰਜ ਕਰਾ ਕੇ ਮੈਜਿਸਟ੍ਰੇਟ ਦੇ ਸਾਹਮਣੇ ਉਹ ਵਿਟਨੈਸ ਬਣ ਗਿਆ ਇਸ ਕੇਸ 'ਚ। ਹੁਣ ਮੇਰਾ ਸਵਾਲ ਹੈ, ਇੱਕ ਬੰਦਾ ਇੱਕ ਕੋਰਟ 'ਚ ਕੁਛ ਕਹੀ ਜਾਂਦਾ, ਦੂਜੀ ਅਥਾਰਟੀ ਦੇ ਅੱਗੇ ਕੁਛ ਕਹੀ ਜਾਂਦਾ, ਇਹਦਾ ਮਤਲਬ ਉਹ ਪਹਿਲੇ ਜੱਜ ਨੂੰ ਵੀ ਮੂਰਖ ਬਣਾ ਗਿਆ, ਹੁਣ ਦੂਜੇ ਜੱਜ ਨੂੰ ਵੀ ਮੂਰਖ ਬਣਾਉਣ ਦੀ ਕੋਸ਼ਿਸ਼ 'ਚ। ਇਹਨੂੰ ਕਿਵੇਂ ਜੁਡੀਸ਼ਰੀ ਐਡਰੈਸ ਕਰੇਗੀ? ਜੀ ਬੈਂਸ ਸਾਹਿਬ। ਕਾਨੂੰਨ ਦੇ ਮੁਤਾਬਿਕ ਜਿਹੜੀ ਸੱਚਾਈ ਹੈ ਨਾ, ਜੇ ਕੋਈ ਕੇਸ ਵਿੱਚ ਕਿਸੇ ਨੂੰ ਸਜ਼ਾ ਵੀ ਹੋ ਜਾਏ ਔਰ ਸਜ਼ਾ ਦੇ ਫੈਸਲੇ ਤੋਂ ਬਾਅਦ ਵੀ ਜੇ ਕੋਈ ਨਏ ਤੱਥ ਇਨਵੈਸਟੀਗੇਸ਼ਨ ਆਫਿਸਰ ਕੋਲ ਆਉਣ ਤਾਂ ਕੋਰਟ ਕੋ ਰੱਖ ਸਕਦਾ। ਇਸ ਕੇਸ ਦੀ ਅਪੀਲ ਹਲੇ ਪੈਂਡਿੰਗ ਹੋਏਗੀ। ਉਸ ਕੋਰਟ ਵਿੱਚ ਇਹ ਰਿਪੋਰਟ ਕਿ ਇਸਨੇ ਪਹਿਲਾਂ ਝੂਠ ਬੋਲਿਆ ਸੀ, ਇਹਨੇ ਅਦਾਲਤ ਵਿੱਚ ਝੂਠ ਬੋਲਿਆ ਤੇ ਅਸਲੀ ਸੱਚ ਇਹ ਹੈ, ਇਹ ਕਿਹਾ ਜਾ ਸਕਦਾ। ਫਿਰ ਅਦਾਲਤ ਫੈਸਲਾ ਕਰੇਗੀ ਕਿ ਇਹਨੇ ਪਹਿਲਾਂ ਝੂਠ ਬੋਲਿਆ ਕਿ ਹੁਣ ਸੱਚ ਬੋਲ ਰਿਹਾ। ਕਿਉਂਕਿ ਜਿਸ ਤਰ੍ਹਾਂ ਮੈਂ ਪੜ੍ਹਿਆ, ਇਹਨੇ ਪਹਿਲਾਂ ਝੂਠ ਹੀ ਬੋਲਿਆ, ਕਿਉਂਕਿ ਸਾਰੇ ਸਰਕਮਸਟੈਂਸਿਸ ਦੱਸਦੇ ਨੇ ਕਿ ਇਹਨੇ ਜਿਹੜਾ 25 ਲੱਖ ਟ੍ਰਾਂਸਫਰ ਕੀਤਾ ਉਹ ਐਕਚੁਅਲੀ ਤਾਂ ਫਲੈਟ ਦੇ ਸੇਲ ਦਾ ਕੀਤਾ, ਔਰ ਇਹ ਕਹਿਤਾ ਕਿ ਅਸੀਂ ਬਾਹਰ ਜਾਣ ਲਈ ਉਹਨਾਂ ਬੰਦਿਆਂ ਦੇ ਬਿਹਾਫ ਤੇ ਮੈਂ ਦਿੱਤਾ ਸੀ। ਸੋ ਜਿਹੜੀਆਂ ਸਰਕਮਸਟੈਂਸਿਸ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਟ ਕੀਤੀਆਂ, ਉਸ ਤੋਂ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਕਿ ਜਿਹੜੀ ਉਸ ਤੋਂ ਬਾਅਦ ਦੀ SIT ਹੈ ਉਹ ਬਿਲਕੁਲ ਝੂਠ ਬੋਲ ਰਹੀ ਹੈ। ਕਿਉਂਕਿ ਹਾਈ ਕੋਰਟ ਵਿੱਚ ਉਹਨਾਂ ਨੇ ਸਪਸ਼ਟ, ਜਿਹੜਾ ਪੂਨਮ ਨੇ ਕੇਸ ਕੀਤਾ ਸੀ, ਕਾਫੀ ਸਪਸ਼ਟ ਐਲੀਗੇਸ਼ਨ ਸੀ। ਉਸ ਦੇ ਬਾਵਜੂਦ 4 ਮੈਂਬਰੀ SIT ਕਮੇਟੀ ਕਹਿੰਦੀ ਹੈ ਕਿ ਉਹਨੇ ਹਾਈ ਕੋਰਟ ਵਿੱਚ ਇਦਾਂ ਬਾਰੇ ਕੁਝ ਨਹੀਂ ਕਿਹਾ, ਬਲਾਤਕਾਰ ਬਾਰੇ ਕੁਝ ਨਹੀਂ ਕਿਹਾ, ਫੋਰਸ ਰੇਪ ਬਾਰੇ ਕੁਝ ਨਹੀਂ ਕਿਹਾ, ਔਰ ਜਿਹੜਾ ਕਿ ਡਾਕੂਮੈਂਟਰੀ ਝੂਠ ਬੋਲ ਰਹੀ ਹੈ SIT ਕਮੇਟੀ। ਸੋ ਮੈਨੂੰ ਲੱਗਦਾ ਕਿ ਸੱਚਾਈ ਬਿਲਕੁਲ ਇਹੀ ਹੈ ਜੋ ਕੁੰਵਰ ਵਿਜੇ ਪ੍ਰਤਾਪ ਦੇ ਇਨਵੈਸਟੀਗੇਸ਼ਨ ਆਈ। ਸੱਚਾਈ ਇਹੀ ਲੱਗਦੀ ਹੈ ਜਿਹੜੀ ਕੰਪਲੇਂਟ ਅਥਾਰਟੀ ਸਤੀਸ਼ ਚੰਦਰ ਨੇ ਆਪਣੀ ਰਿਪੋਰਟ ਵਿੱਚ ਲਿਖੀ, ਤਾਂ ਉਸ ਹਿਸਾਬ ਨਾਲ ਅਪੀਲ ਵਿੱਚ ਉਹ ਬਰੀ ਹੋਣੇ ਚਾਹੀਦੇ ਹੈ। ਜੇ ਅੱਗੇ ਪੁਲਿਸ ਚੱਲਦੀ ਹੈ ਕਾਨੂੰਨ ਦੇ ਮੁਤਾਬਿਕ ਤਾਂ ਅਪੀਲ ਦੇ ਵਿੱਚ ਉਹ ਬਰੀ ਹੋਣਗੇ। ਹੇਮਰਾਜ ਨੂੰ ਜੇ ਤਾਂ ਅਪਰੂਵਰ ਮਾਫੀ ਦੇ ਦਿੰਦਾ ਕਿ ਉਹਨੇ ਅਲਟੀਮੇਟਲੀ ਸੱਚ ਬੋਲਿਆ ਤੇ ਬਾਕੀਆਂ ਨੂੰ ਸਜ਼ਾ ਹੋਏਗੀ। ਜੇ ਕੋਰਟ ਇਹਨਾਂ ਦੀ ਗਵਾਹੀ ਨੂੰ ਇੱਕ ਪਾਸੇ ਛੱਡ ਕੇ ਉਹ ਸਬੂਤਾਂ ਦੇ ਹਿਸਾਬ ਤੇ ਇਹਨਾਂ ਨੂੰ 2 ਸਜ਼ਾਵਾਂ ਹੋ ਸਕਦੀਆਂ। ਇੱਕ ਤਾਂ ਇਹਨੇ ਝੂਠ ਬੋਲਿਆ ਅਦਾਲਤ ਅੱਗੇ, ਉਹਦਾ ਅਲੱਗ ਸਜ਼ਾ ਹੋ ਸਕਦੀ ਹੈ। ਦੂਸਰਾ, ਇਹ ਹਿੱਸਾ ਸੀ ਇਸ षडयंत्र ਦਾ, ਉਹਨਾਂ ਉਸ ਪਰਿਵਾਰ ਨੂੰ ਫਸਾਉਣ ਦਾ, ਉਸ ਤੇ ਵੀ ਅਲੱਗ ਸਜ਼ਾ ਹੋ ਸਕਦੀ ਹੈ। ਮਗਰ ਜੇ ਇਨਵੈਸਟੀਗੇਟਿੰਗ ਏਜੰਸੀ ਨੂੰ ਲੱਗਦਾ ਕਿ ਇਹਦੇ ਬਿਆਨਾਂ ਤੋਂ ਬਗੈਰ ਹੁਣ ਸਜ਼ਾ ਨਹੀਂ ਹੋ ਸਕਦੀ
ਤੇ ਇਹਨੂੰ ਮਾਫੀ ਕੀਤਾ ਜਾ ਸਕਦਾ, ਬਟ ਇਹਦਾ ਜਿਹੜਾ ਰੋਲ ਹੈ ਉਹ ਤਾਂ ਰਹੇਗਾ ਕਿ ਇਹਨੇ ਪਹਿਲਾਂ ਵੀ ਹਿੱਸਾ ਲਿਆ ਕ੍ਰਾਈਮ ਦੇ ਵਿੱਚ, ਅਦਾਲਤ ਕੋਲ ਵੀ ਝੂਠ ਬੋਲਿਆ, ਪੁਲਿਸ ਕੋਲ ਵੀ ਝੂਠ ਬੋਲਿਆ, ਹੁਣ ਨਵਾਂ ਅਫਸਰ ਆ ਗਿਆ ਉਸ ਤੋਂ ਡਰ ਕੇ ਹੁਣ ਇਹ ਸੱਚ ਬੋਲ ਰਿਹਾ ਜਿਹੜਾ ਕਿ ਬਾਕੀ ਸਾਰੇ ਸਬੂਤਾਂ ਦੇ ਨਾਲ ਮੇਲ ਖਾਂਦਾ ਹੈ। ਸੱਚਾਈ ਦਾ ਪਤਾ ਹੀ ਤਾਂ ਲੱਗਦਾ ਕਿ ਜੇ ਬੰਦਾ ਸੱਚ ਬੋਲ ਰਿਹਾ ਆਲੇ ਦੁਆਲੇ ਜਿਹੜੇ ਬਾਕੀ ਸਰਕਮਸਟੈਂਸ ਦਾ ਉਹਦੇ ਨਾਲ ਮੇਲ ਖਾਂਦਾ ਹੋਵੇ। ਮੈਂ ਸਾਹਿਬ ਦਰਸ਼ਕਾਂ ਲਈ ਥੋੜੀ ਜੀ ਇਸ ਮਾਮਲੇ ਦੀ ਬੈਕਗ੍ਰਾਉਂਡ ਦੱਸਣੀ ਬੜੀ ਜ਼ਰੂਰੀ ਹੈ। ਤੁਸੀਂ ਵੀ ਸਾਰੇ ਮਾਮਲੇ ਤੋਂ ਵਾਕਿਫ ਹੋ, ਮੈਂ ਵੀ ਵਾਕਿਫ ਹਾਂ, ਪਰ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਦੀ ਯਾਦਾਸ਼ਤ ਤਾਜ਼ਾ ਕਰਾ ਦਿਓ। ਇਹ ਮਾਮਲਾ ਕੀ ਆ? ਆਸ਼ੀਸ਼ ਕਪੂਰ ਸੁਪਰਡੈਂਟ ਜੇਲ੍ਹ ਅੰਮ੍ਰਿਤਸਰ ਲੱਗਿਆ ਸੀ, ਪੂਨਮ ਰਾਜਨ ਕੈਦੀ ਸੀ, ਪਿਆਰ ਹੋ ਗਿਆ, ਵਿਆਹ ਦਾ ਵਾਅਦਾ ਹੋ ਗਿਆ, ਜ਼ਮਾਨਤ ਹੋ ਗਈ, ਬਾਹਰ ਆ ਗਏ। ਆਸ਼ੀਸ਼ ਕਪੂਰ ਪੈਸਾ ਪੂਨਮ ਦੇ ਖਾਤਿਆਂ 'ਚ ਜਮ੍ਹਾਂ ਕਰਾਤਾ। ਪੂਨਮ ਨੂੰ ਗੁੜਗਾਉਂ 3.5 ਕਰੋੜ ਦੀ ਕੋਠੀ ਲੈਤੀ, ਇੱਥੇ ਰਿਹਾ ਕਰਾਂਗੇ ਵਿਆਹ ਤੋਂ ਬਾਅਦ, ਤੂੰ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਾ, ਮੈਂ ਘਰ ਵਾਲੀ ਤੋਂ ਤਲਾਕ ਲੈਂਦਾ। ਇਹ ਪਿੰਗਾਂ ਪੈ ਗਈਆਂ। ਉਦੋਂ ਬਾਅਦ ਆਸ਼ੀਸ਼ ਕਪੂਰ ਚੰਡੀਗੜ੍ਹ ਬਦਲ ਕੇ ਆ ਗਿਆ ਵਿਜੀਲੈਂਸ ਬਿਊਰੋ 'ਚ। ਉਹਨੇ ਪੈਸੇ ਰਿਟਰੀਵ ਕਰਨ ਦੀ ਕੋਸ਼ਿਸ਼ ਕੀਤੀ। ਰਿਟਰੀਵ, ਮੈਨੂੰ ਕਈ ਪੈਸੇ ਵਾਪਸ ਕਰ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ, ਰਿਸ਼ਤਾ ਖਰਾਬ ਹੋ ਗਿਆ। ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਪੁਲਿਸ ਸਟੇਸ਼ਨ 'ਚ ਮਈ 5, 2018 ਨੂੰ FIR ਨੰਬਰ 151 ਦਰਜ ਕਰਾਤੀ ਇਮੀਗ੍ਰੇਸ਼ਨ ਫਰਾਡ ਦੀ। ਪੂਨਮ ਨੂੰ, ਉਹਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ, ਟਾਰਚਰ ਕੀਤਾ, ਕੁੱਟਮਾਰ ਹੋਈ, ਬਿਜਲੀ ਲਾਈ ਗਈ। 1 ਕਰੋੜ ਦੇ ਚੈੱਕ, 7 ਚੈੱਕ ਸਾਈਨ ਕਰਾ ਦਿੱਤੇ। ਉਦੋਂ ਬਾਅਦ ਪੂਨਮ ਪਟਿਆਲਾ ਜੇਲ੍ਹ ਚਲੀ ਗਈ। ਪਟਿਆਲੇ ਜੇਲ੍ਹ 'ਚ ਕੁੰਵਰ ਵਿਜੇ ਪ੍ਰਤਾਪ ਆ ਗਏ, ਮਸੀਹਾ ਬਣ ਕੇ ਸਾਰੀ ਜਾਣਕਾਰੀ ਦਿੱਤੀ, ਕੰਪਲੇਂਟ ਦਿੱਤੀ। ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ ਕੀਤੀ। ਜਸਕੀਰਤ ਸਿੰਘ ਉਦੋਂ DSP ਸੀ, ਉਹਨੇ ਇਨਵੈਸਟੀਗੇਸ਼ਨ ਕੀਤੀ। ਪੂਨਮ ਦੀ ਗੱਲ ਸੱਚ ਪਾਈ ਗਈ, ਆਸ਼ੀਸ਼ ਕਪੂਰ ਝੂਠਾ ਪਾਇਆ ਗਿਆ। ਹੇਮਰਾਜ ਮਿੱਤਲ ਨੂੰ ਬੁਲਾਇਆ ਗਿਆ, ਜਿਹਨੇ ਗਵਾਹੀ ਦਿੱਤੀ ਸੀ ਆਸ਼ੀਸ਼ ਕਪੂਰ ਦੇ ਹੱਕ 'ਚ। ਉਹ ਆਪਣੇ ਬਿਆਨ ਤੋਂ ਕੁੰਵਰ ਵਿਜੇ ਪ੍ਰਤਾਪ ਦੇ ਮੁੱਕਰ ਗਿਆ। ਪੂਨਮ ਨੇ SIT ਬਣਵਾਈ। SIT ਨੇ ਆਸ਼ੀਸ਼ ਕਪੂਰ ਨੂੰ 1 ਸਾਲ 10 ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਕਲੀਨ ਚਿੱਟ ਦੇਤੀ। ਪੂਨਮ ਦੇ ਐਵੀਡੈਂਸ ਤੇ ਗੌਰ ਨਹੀਂ ਕੀਤੀ। ਪੁਲਿਸ ਕੰਪਲੇਂਟ ਅਥਾਰਟੀ ਕੋਲ ਮਾਮਲਾ ਆ ਗਿਆ। ਸਤੀਸ਼ ਚੰਦਰ ਚੇਅਰਮੈਨ ਨੇ 3 IPS ਅਫਸਰ, 2 ਨੌਨ IPS ਅਫਸਰਾਂ ਨੂੰ ਇੰਡਾਈਟ ਕਰਤਾ, ਦੋਸ਼ੀ ਕਰਤਾ, ਜਵਾਬ ਤਲਬੀ ਹੋ ਗਈ। ਨਾਲ ਰਿਕਮੈਂਡ ਕਰਤਾ ਪਰਚਾ ਕੈਂਸਲ ਕਰੋ, ਨਵੀਂ ਇਨਵੈਸਟੀਗੇਸ਼ਨ ਕਰੋ, ਤੇ ਜੇ ਲੋੜ ਪੈਂਦੀ ਆ ਤੇ ਅਦਾਲਤ ਤੋਂ ਵੀ ਮਨਜ਼ੂਰੀ ਲਓ। ਹੁਣ ਮੇਰਾ ਸਵਾਲ ਇਹ ਸੀ ਜੋ ਮੈਂ ਬੈਂਸ ਸਾਹਿਬ ਨੂੰ ਕੀਤਾ। ਇੱਕ ਗਵਾਹ ਪ੍ਰਾਈਮ ਵਿਟਨੈਸ ਹੇਮਰਾਜ ਮਿੱਤਲ, ਉਹ ਡੇਰਾ ਬਸੀ ਬਿਆਨ ਦੇ ਕੇ ਦਰਬਾਰ ਨੂੰ ਕੈਦ ਕਰਾ ਦਿੰਦਾ। ਹੁਣ ਉਹੀ ਵਿਅਕਤੀ ਦੂਜੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਵੀ ਕੇਸ ਦਰਜ ਕਰਤਾ ਆਸ਼ੀਸ਼ ਕਪੂਰ ਤੇ ਐਕਸਟੋਰਸ਼ਨ ਦਾ। ਉਹਦੇ ਵਿੱਚ ਵੀ ਉਹ 164 ਦੇ ਬਿਆਨ ਦੇਈ ਬੈਠਾ, ਗਵਾਹੀ ਦੇਣ ਲਈ ਤਿਆਰ ਹੈ, ਵਿਟਨੈਸ ਬਣਨ ਲਈ ਤਿਆਰ ਹੈ। ਮਤਲਬ ਇੱਕ ਵਾਰੀ ਫੇਰ ਬਿਆਨ ਦੇਗਾ, ਉਸ ਬਿਆਨ ਤੇ ਕਿਵੇਂ ਵਿਸ਼ਵਾਸ ਕੀਤਾ ਜਾਏ? ਹੋ ਸਕਦਾ ਮੰਨ ਲਈਏ ਆਸ਼ੀਸ਼ ਕਪੂਰ ਜੇ ਨਿਰਦੋਸ਼ਾ, ਹੁਣ ਬਿਆਨ ਦੇ ਕੇ ਉਹ ਇੱਕ ਹੋਰ ਨਿਰਦੋਸ਼ੇ ਨੂੰ ਫਸਾ ਸਕਦਾ। ਪਹਿਲਾਂ ਇੱਕ ਨਿਰਦੋਸ਼ੇ ਪਰਿਵਾਰ ਨੂੰ ਫਸਾਇਆ, ਪੂਨਮ ਦੇ ਨੂੰ। ਇਹ ਫਿਰ ਜਿਹੜਾ ਸਬਸਟੈਂਸ਼ੀਅਲ ਐਵੀਡੈਂਸ ਆ ਦੋਨਾਂ ਥਾਵਾਂ ਤੇ ਦੇ ਰਿਹਾ, ਜੱਜ ਇਹਨੂੰ ਕਿੱਦਾਂ ਸਿਫਟ ਕਰੇਗਾ? ਕੋਰਟ ਇਹਦਾ ਕੀ ਹੱਲ ਲੱਭੇਗੀ? ਇਹ ਇੱਕ ਪਚੀਦਗੀ ਆ ਜਿਹਦੇ ਬਾਰੇ ਹੁਣ ਆਪਾਂ ਬੈਂਸ ਸਾਹਿਬ ਤੋਂ ਸਾਰੀ ਕਹਾਣੀ ਦੁਬਾਰਾ ਸਮਝਦੇ ਹਾਂ, ਉਹਨਾਂ ਦਾ ਪ੍ਰਤੀਕਰਮ ਲੈਂਦੇ ਹਾਂ। ਹਾਂਜੀ ਬੈਂਸ ਸਾਹਿਬ, ਮੇਰੇ ਖਿਆਲ ਮੈਂ ਬੈਕਗਰਾਉਂਡ ਕਾਫੀ ਕਲੀਅਰਲੀ ਦੱਸਤੀ ਆ। ਹੁਣ ਦੱਸੋ ਕੀ ਹੋ ਸਕਦਾ? ਨਹੀਂ, ਹਲੇ ਵੀ ਸਭ ਕੁਝ ਹੋ ਸਕਦਾ ਹੈ। ਨੰਬਰ 1, ਜਦੋਂ ਜਿਹੜਾ ਐਵੀਡੈਂਸ ਹੈ ਉਹ ਕਾਫੀ ਸਪਸ਼ਟ ਹੈ। ਇਹ ਮੁਸ਼ਕਲ ਨਹੀਂ ਹੈ ਜਾਨਣਾ ਕਿ ਸਤੀਸ਼ ਇੱਕ ਹੀ ਬੰਦਾ ਸੱਚ ਬੋਲ ਰਿਹਾ, ਜਾਂ ਪੂਨਮ ਸੱਚ ਬੋਲ ਰਹੀ ਹੈ ਜਾਂ ਆਸ਼ੀਸ਼ ਕਪੂਰ ਸੱਚ ਬੋਲ ਰਿਹਾ। ਆਸ਼ੀਸ਼ ਕਪੂਰ ਦਾ ਜਿਹੜਾ ਜੇਲ੍ਹ ਦੇ ਵਿੱਚ ਕੰਡਕਟ ਹੈ, ਜਿਹੜੀਆਂ ਉਹਦੀਆਂ ਪੈਸਾ ਹੀ ਉਹਦੇ ਕੋਲ ਇੰਨਾ ਹੈ ਜਿਹੜਾ ਬਿਯੋਂਡ ਉਹਦੀ ਇਨਕਮ ਤੋਂ, ਇਸ ਤੋਂ ਪਤਾ ਲੱਗਦਾ ਕਿ ਉਹ ਕਰਪਟ ਆਫਿਸਰ। ਉਸ ਤੋਂ ਬਾਅਦ ਜਿਹੜੀ ਸਬਸੀਕੁਐਂਟ ਸਰਕਮਸਟੈਂਸਿਸ ਹੈ ਕਿ ਉਹ ਜੇਲ੍ਹ ਵਿੱਚ ਸੀ, ਜੇਲ੍ਹ ਦੇ ਵਿੱਚ ਉਹਨੇ ਰਿਲੇਸ਼ਨ ਬਣਾਇਆ, ਇਹਨੂੰ ਕਹਿਣਾ ਪਿਆਰ ਪ੍ਰੇਮ ਕਹਾਣੀ ਬਿਲਕੁਲ ਗੱਲ ਹੈ, ਉਹਦੇ ਵੱਲੋਂ ਪ੍ਰੇਮ ਹੋਏਗਾ। ਬਟ ਆਸ਼ੀਸ਼ ਵੱਲੋਂ ਤਾਂ ਇਹ ਕਲੀਅਰਲੀ ਮੈਨੀਪੂਲੇਸ਼ਨ ਸੀ। ਜਦੋਂ ਜੇ ਪ੍ਰੇਮ ਹੁੰਦਾ ਤਾਂ ਕਦੀ ਉਹਨੂੰ ਟਾਰਚਰ ਨਾ ਕਰਾਉਂਦਾ, ਕਿਉਂਕਿ ਵੀਡੀਓ ਕਲਿੱਪ ਵੀ ਦੇਖੀ ਗਈ। ਸਤੀਸ਼ ਚੰਦਰ ਰਿਪੋਰਟ ਵਿੱਚ ਵੀਡੀਓ ਕਲਿੱਪ ਦਾ ਵੀ ਜ਼ਿਕਰ ਆਇਆ ਜਿਹਦੇ ਵਿੱਚ ਟਾਰਚਰ ਕੁੱਟਦਾ ਮਾਰਿਆ ਪਾਇਆ ਗਿਆ।
ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਕਿਸੇ ਵੂਮਨ ਨੂੰ ਪਿਆਰ ਕਰਦੇ ਹੋ ਤਾਂ ਉਹਨੂੰ ਪੁਲਿਸ ਸਟੇਸ਼ਨ ਬੁਲਾ ਕੇ ਉਹਨੂੰ ਕੁੱਟੋਗੇ, ਮਾਰੋਗੇ, ਜਲੀਲ ਕਰੋਗੇ? ਇਹ ਕਿਹੋ ਜਿਹਾ ਪ੍ਰੇਮ ਹੈ? ਸੋ ਇਹ ਕਹਿਣਾ ਕਿ ਪ੍ਰੇਮ ਕਹਾਣੀ ਸੀ, ਉਹਨੇ ਆਪਣਾ ਪੈਸਾ ਕੁਝ ਸਮੇਂ ਲਈ ਪਾਕ ਕਰਨਾ ਸੀ ਔਰ ਉਹਨੇ ਇਸਤੇਮਾਲ ਕੀਤਾ, ਉਸਨੂੰ ਸੈਕਸ਼ੂਅਲੀ ਐਕਸਪਲੋਇਟ ਕੀਤਾ, ਉਹਨੂੰ ਇੰਡਿਊਸ ਕੀਤਾ, ਜੇਲ੍ਹ ਦੇ ਵਿੱਚੋਂ ਮਜਬੂਰ ਸੀ, ਉਹਨੂੰ ਜ਼ਮਾਨਤ ਤੇ ਡਰਾ ਧਮਕਾ ਕੇ ਉਹਦਾ ਰਿਸ਼ਤਾ ਬਣਾਇਆ। ਇਹ ਸਾਰੇ ਜੁਰਮ ਹੈ ਐਜ਼ ਅ ਪੁਲਿਸ ਆਫੀਸਰ। ਪਹਿਲਾਂ ਤੁਹਾਡੇ ਕੋਲ ਇਨਕਮ ਹੀ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ, ਕਿੱਥੋਂ ਲਿਆਂਦੇ ਇੰਨੇ ਕਰੋੜ, 3.5 ਕਰੋੜ ਰੁਪਏ ਕਿੱਥੋਂ ਲਿਆਂਦਾ? ਸੋ ਇੱਕ ਪਾਸੇ ਤੁਸੀਂ ਭ੍ਰਸ਼ਟ ਪੁਲਿਸ ਆਫਸਰ ਹੋ, ਦੂਜਾ ਤੁਸੀਂ ਆਪਣੀ ਅਥਾਰਟੀ ਦਾ ਮਿਸਯੂਜ਼ ਕਰਕੇ ਕਿਸੇ ਵੂਮਨ ਨੂੰ ਮਜਬੂਰ ਕਰਦੇ ਹੋ ਸੈਕਸ਼ੂਅਲ ਐਕਸਪਲੋਇਟੇਸ਼ਨ ਲਈ। ਤੀਸਰਾ, ਫਿਰ ਤੁਸੀਂ ਇੱਕ ਹੋਰ ਬਿਜ਼ਨਸਮੈਨ ਨੂੰ ਚਾਹੇ ਡਰਾ ਕੇ, ਚਾਹੇ ਉਹਨੂੰ ਲਾਲਚ ਦੇ ਕੇ ਉਸ ਤੋਂ ਗਵਾਹ ਬਣਾਉਂਦੇ ਹੋ ਝੂਠਾ। ਸੋ ਜੇ ਗੱਲਾਂ ਹੇਮਰਾਜ ਇਮਾਨਦਾਰੀ ਨਾਲ ਸਾਰੀਆਂ ਦੱਸ ਦਿੰਦੇ ਤਾਂ ਸਾਰੀਆਂ ਸਰਕਮਸਟੈਂਸ ਇੱਕੋ ਗੱਲ ਵੱਲ ਪੁਆਇੰਟ ਕਰਦੇ ਆ ਕਿ ਜਿਹੜਾ ਮੇਨ ਕਲਪਿਟ ਹੈ ਆਸ਼ੀਸ਼ ਕੁਮਾਰ ਹੈ, ਹੇਮਰਾਜ ਨਹੀਂ ਹੈ। ਹੇਮਰਾਜ ਨੇ ਸਰਟਨਲੀ ਪੈਸਾ ਟ੍ਰਾਂਸਫਰ ਕੀਤਾ, ਝੂਠ ਬੋਲਿਆ ਕਿ ਪੈਸਾ ਉਸ ਕਰਕੇ ਕਾਰਨ ਦਿੱਤਾ ਕਿ ਜੀ ਇਹ ਬਾਹਰ ਜਾਣ ਲਈ ਸੀ। ਮਗਰ ਹੁਣ ਜਿਹੜੀ ਸੱਚਾਈ ਹੈ, ਪੁਰਾਣੀ ਪਹਿਲੀ ਇਨਵੈਸਟੀਗੇਸ਼ਨ ਸੱਚਾਈ ਉਹ ਦੂਸਰੇ ਕੰਪਲੇਂਟ ਅਥਾਰਟੀ ਨੂੰ ਵੀ ਜ਼ਿਆਦਾ ਸੱਚਾਈ ਦੇ ਨੇੜੇ ਲੱਗੀ ਹੈ। तो इस करके कोर्ट लिए भी कोई वड्डी मुश्किल नहीं होगी। एक मुश्किल है कि हुण सजा हो चुकी है, सजा जो हो जाए फिर भी कानून के रस्ते खुले है। अपील दे विच नया एविडेंस लिया जा सकता है, अपील दे विच केस नूं वापस भेजा जा सकता है, उसे केस विच आशीष कपूर मुजरम बन सकता है, क्योंकि और हेमराज भी मुजरम बन सकता है क्योंकि उन्हें झूठी गवाही दी है। मगर इस वेले क्योंकि ਉਹਦਾ मेन कसूर इन्फ्लुएंस से झूठ बोलना, ना कि ਉਹਨੇ कोई दूजा षडयंत्र किया है। सो इसने ਉਹਨੂੰ माफी जुदा गवाह बनाना ज्यादा समझदारी है। ਉਹਨੂੰ ਗਵਾਹੀ ਬਣਾਓ, ਉਹਦੀ ਗਵਾਹੀ ਤੇ ਫਿਰ ਸਜ਼ਾ ਹੋ ਸਕਦੀ ਹੈ ਵੱਡੇ ਅਫਸਰ ਨੂੰ, ਕਿਉਂਕਿ ਅਸਲੀ ਗੱਲ ਤਾਂ ਇਹ ਆਫੀਸ਼ੀਅਲ ਕਰਪਸ਼ਨ ਦੀ ਹੈ। ਰੀਅਲ ਮੁੱਦਾ ਤਾਂ ਇਹੀ ਹੈ ਕਿ ਵੱਡੇ ਆਫੀਸਰ ਸੋਚਦੇ ਕਿ ਕਾਨੂੰਨ ਦੇ ਉੱਪਰ ਹੈ, ਉਹਨਾਂ ਨੇ ਆਪਣੀ ਅਹੁਦੇ ਦਾ ਕਿੰਨਾ ਨਜਾਇਜ਼ ਫਾਇਦਾ ਉਠਾਇਆ, ਉਹਨੂੰ ਪ੍ਰੇਮ ਦਾ ਨਾਮ ਦਿੱਤਾ ਹੈ। ਨਾ ਇਹ ਪ੍ਰੇਮ ਕਹਾਣੀ ਹੈ, ਇਹ ਸਿੰਪਲ ਐਕਸਪਲੋਇਟੇਸ਼ਨ ਆਫ ਅ ਹੈਲਪਲੈਸ ਵੂਮਨ ਹੈ ਔਰ ਉਹਦੇ ਪਰਿਵਾਰ ਨੂੰ ਤੰਗ ਕੀਤਾ ਗਿਆ। ਔਰ ਫਿਰ ਕਿਹੋ ਜਿਹੇ ਸਾਨੂੰ ਅਫਸੋਸ ਹੈ ਕਿ 4 ਮੈਂਬਰੀ ਵੱਡੇ ਅਫਸਰਾਂ ਦੀ ਕਮੇਟੀ ਨੇ ਵੀ ਇਸ ਬੇਇਨਸਾਫੀ ਨੂੰ ਇਹਨੂੰ ਅਨਕਵਰ ਨਹੀਂ ਕੀਤਾ। ਚੰਗੀ ਭਲੀ ਇਨਵੈਸਟੀਗੇਸ਼ਨ ਹੋਈ ਹੋ ਸੀ, ਸਾਰਾ ਮਟੀਰੀਅਲ ਅੱਗੇ ਸੀ, ਉਸ ਦੇ ਬਾਵਜੂਦ ਉਹਨਾਂ ਨੇ ਝੂਠੀ ਰਿਪੋਰਟ ਦਿੱਤੀ। ਸੋ ਮੇਰੇ ਹਿਸਾਬ ਨਾਲ ਤਾਂ ਉਸ ਕਮੇਟੀ ਦੇ ਬੰਦਿਆਂ ਦੇ ਖਿਲਾਫ ਵੀ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਇੱਕ ਝੂਠੀ ਰਿਪੋਰਟ ਦੇ ਹਿਸਾਬ ਤੇ ਕੋਸ਼ਿਸ਼ ਕੀਤੀ ਕਿ ਸੱਚਾਈ ਛੁਪ ਜਾਏ। ਸੋ ਉਹਨਾਂ ਦਾ ਵੀ ਵੱਡਾ ਕ੍ਰਾਈਮ ਹੈ ਔਰ ਇੰਡੀਅਨ ਪੀਨਲ ਕੋਡ ਵਿੱਚ ਇਹ ਵੀ ਇੱਕ ਕ੍ਰਿਮੀਨਲ ਆਫੈਂਸ ਹੈ। ਸੋ ਇਸ ਕਰਕੇ ਹਲੇ ਵੀ ਰਸਤੇ ਖੁੱਲੇ ਨੇ। ਜੇ ਸਰਕਾਰ ਇਮਾਨਦਾਰੀ ਨਾਲ ਹਲੇ ਵੀ ਇਨਵੈਸਟੀਗੇਸ਼ਨ ਰਿਪੋਰਟ ਕੋਰਟ ਨੂੰ, ਐਪਲੇਟ ਕੋਰਟ ਨੂੰ ਦਵੇ ਤਾਂ ਕੇਸ ਉਸੇ ਐਫਆਈਆਰ ਵਿੱਚ ਸਭ ਨੂੰ ਸਜ਼ਾ ਹੋ ਸਕਦੀ ਹੈ ਤੇ ਇਹ ਬਰੀ ਹੋ ਜਾਣਗੇ, ਕਿਉਂਕਿ ਕਾਨੂੰਨ ਇਹ ਕਹਿੰਦਾ ਹੈ। ਮੇਰਾ ਸਵਾਲ ਉੱਥੇ ਖੜਾ, ਹਾਂਜੀ ਨਹੀਂ ਮੇਰਾ ਸਵਾਲ ਉੱਥੇ, ਹੇਮਰਾਜ ਮਿੱਤਲ ਸਟੇਟਮੈਂਟ ਦਿੰਦਾ, ਫਿਰ ਉਹਦਾ ਕ੍ਰਾਸ ਐਗਜ਼ਾਮੀਨੇਸ਼ਨ ਹੋ ਜਾਂਦਾ ਡੇਰਾਬੱਸੀ ਕੋਰਟ 'ਚ, ਉਹ ਜੀ ਸਬਸਟੈਂਸ਼ੀਅਲ ਐਵੀਡੈਂਸ ਹੋ ਗਿਆ। ਉਹੀ ਬੰਦਾ ਆਸ਼ੀਸ਼ ਕਪੂਰ ਦੇ ਖਿਲਾਫ ਬਿਆਨ ਦਿੰਦਾ। ਹੁਣ ਆਸ਼ੀਸ਼ ਕਪੂਰ ਵਿਰੁੱਧ ਵੀ ਚਲਾਨ ਪੇਸ਼ ਹੋਊਗਾ, ਆਸ਼ੀਸ਼ ਕਪੂਰ ਜੇਲ੍ਹ 'ਚ ਆ। ਉਹੀ ਬੰਦਾ ਬਿਆਨ ਦੇ ਕੇ ਫਿਰ ਆਸ਼ੀਸ਼ ਕਪੂਰ ਦਾ ਜਿਹੜਾ ਵਕੀਲ ਆ ਉਹਨੂੰ ਕ੍ਰਾਸ ਕਰੂਗਾ, ਸਬਸਟੈਂਸ਼ੀਅਲ ਐਵੀਡੈਂਸ ਬਣ ਜਾਊਗਾ। ਹੁਣ ਇੱਕ ਕੋਰਟ ਦਾ ਸਬਸਟੈਂਸ਼ੀਅਲ ਐਵੀਡੈਂਸ ਦੂਜੀ ਕੋਰਟ ਦੇ ਸਬਸਟੈਂਸ਼ੀਅਲ ਐਵੀਡੈਂਸ ਨਾਲ ਕੰਟਰਡਿਕਟਰੀ ਆ। ਇਸ ਮਸਲੇ ਤੇ ਮੈਂ 3 ਹਾਈ ਕੋਰਟ ਦੇ ਰਿਟਾਇਰਡ ਜੱਜਿਸ ਨੂੰ ਵੀ ਸਵਾਲ ਕੀਤਾ, ਜਿਹੜੇ ਮੈਨੂੰ ਸਪਸ਼ਟ ਜਵਾਬ ਨਹੀਂ ਦੇ ਸਕੇ। ਇਹ ਬੜੀ ਖੁਸ਼ਕਿਸਮਤੀ ਹੈ ਕਿ ਬੈਂਸ ਸਾਹਿਬ ਨੇ ਹੌਸਲਾ ਕੀਤਾ ਔਰ ਇਸ ਗੁੰਝਲ ਨੂੰ ਸੁਲਝਾਉਣ ਦੀ, ਮੈਨੂੰ ਸਮਝਾਉਣ ਦੀ, ਸਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਮਤਲਬ ਕਿ ਕਾਰਵਾਈ ਸਟੈਪ ਲਿਆ, ਜੁਰਤ ਕੀਤੀ। ਜੀ ਬੈਂਸ ਸਾਹਿਬ, ਇਹ ਆਮ ਤੌਰ ਤੇ ਹੋ ਜਾਂਦਾ ਹੈ, ਬੜੀ ਵਾਰੀ ਇਦਾਂ ਹੁੰਦਾ ਹੈ ਕਿ ਪਹਿਲੇ ਸਰਕਮ, ਕਿਉਂਕਿ ਯਾਦ ਰੱਖੋ ਪੁਲਿਸ ਅਫਸਰ ਦੀ ਜਿਹੜੀ ਪਾਵਰ ਹੈ ਉਹ ਇੱਕ ਪ੍ਰਾਪਰਟੀ ਡੀਲਰ ਲਈ ਜਾਂ ਬਿਜ਼ਨਸਮੈਨ ਦੇ ਵੀ ਕਾਫੀ ਹਾਵੀ ਹੁੰਦੀ ਹੈ। ਜਿਹੜੀ ਗਵਾਹੀ ਤੁਸੀਂ ਡਰ ਨਾਲ ਦਿੱਤੀ ਹੋਵੇ, ਜਿਹੜੀ ਗਵਾਹੀ ਤੁਸੀਂ ਲਾਲਚ ਨਾਲ ਦਿੱਤੇ ਹੋਵੇ, ਜੇ ਤੁਸੀਂ ਮੰਨ ਲਓ ਤੁਸੀਂ ਸਜ਼ਾ ਵੀ ਹੋ ਸਕਦੀ, ਤੁਹਾਨੂੰ ਮਾਫੀ ਵੀ ਦੇ ਸਕਦਾ। ਹੁਣ ਕਿਉਂਕਿ ਇਨਸਾਫ ਲਈ ਉਹਨੇ ਦੂਜੀ ਵਾਰੀ ਸੱਚ ਮੰਨਣ ਲਈ, ਦੇਖੋ ਇਹਨਾਂ ਦੋਨਾਂ ਵਿੱਚੋਂ ਸੱਚ ਕੌਣ ਹੈ, ਇਹ ਕੋਈ ਔਖੀ ਗੱਲ ਨਹੀਂ ਹੈ। ਹੇਮਰਾਜ ਦੇ ਗਵਾਹ ਬਾਕੀ ਸਾਰੀ ਸਰਕਮਸਟੈਂਸ ਨਾਲ ਜਾਣ ਜੁੜਨਗੇ। ਪਹਿਲੇ ਗਵਾਹ ਤਾਂ ਆਲਰੇਡੀ ਝੂਠੇ ਹੋ ਗਏ ਨੇ, ਕਿਉਂਕਿ ਪੂਨਮ ਦੀ ਸਾਰੀ ਕਹਾਣੀ ਜਿੰਨੀ ਬਰੀਕੀ ਨਾਲ ਦੱਸ ਰਹੀ ਹੈ ਉਹ ਸਾਰੇ ਬਾਹਰਲੇ ਸਰਕਮਸਟੈਂਸ ਨਾਲ ਮੈਚ ਕਰਦੀ ਹੈ। ਹੇਮਰਾਜ ਦੀ ਕਹਾਣੀ ਇੱਕ ਆਰਟੀਫੀਸ਼ੀਅਲ ਕਹਾਣੀ ਸੀ। ਉਹਨੇ ਬਿਲਕੁਲ ਇੱਕ ਉਹ ਕੋਈ ਬਾਹਰ ਨਹੀਂ ਜਾ ਰਿਹਾ ਸੀ, ਕਹਿੰਦਾ ਸੀ ਕਿ ਮੈਂ ਉਹਦੇ ਬਿਹਾਫ ਤੇ ਪੈਸੇ ਦਿੱਤੇ। ਜਦੋਂ ਉਹਦੇ ਬਿਹਾਫ ਤੇ ਪੈਸੇ ਉਹਦੇ ਸਾਰੇ ਸਟਾਫ ਤੇ ਉਹਦੇ ਬਾਕੀ ਜਦੋਂ ਇਹਨਾਂ ਨੇ ਤੱਤ ਇਕੱਠੇ ਕੀਤੇ, ਉਹ ਕਹਾਣੀ ਝੂਠੀ ਸਾਬਤ ਹੋ ਗਈ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ, ਕੋਈ ਵੱਡੀ ਅਦਾਲਤ ਵਿੱਚ ਕੋਈ ਵੱਡੀ ਉਲਝਣ ਨਹੀਂ ਹੈ। ਅਦਾਲਤ ਦਾ ਲਾਅ ਤਾਂ ਇਹ ਹੈ ਕਿ ਜੇ ਫਾਂਸੀ ਵੀ ਦੇ ਦੇਵੇ ਨਾ ਹਾਈਐਸਟ ਕੋਰਟ, ਉਦੋਂ ਵੀ ਐਵੀਡੈਂਸ ਆ ਜਾਵੇ ਕਿ ਕੋਈ ਗਵਾਹ ਝੂਠਾ ਸੀ,
ਉਸ ਵੇਲੇ ਫਾਂਸੀ ਰੁਕ ਜਾਏਗੀ ਤੇ ਦੁਬਾਰਾ ਟ੍ਰਾਇਲ ਸ਼ੁਰੂ ਹੋ ਸਕਦਾ। ਸੋ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਦਾ ਸਾਰਾ ਕਨਸੈਪਟ ਹੀ ਹੈ ਕਿ ਇਹ ਨਹੀਂ ਕਿ ਇੱਕ ਅਦਾਲਤ ਲਾਸਟ ਵਰਡ ਨਹੀਂ ਹੁੰਦੀ, ਜੋ ਕਿਉਂਕਿ ਸਬੂਤ ਬੜੀ ਵਾਰੀ ਤੁਸੀਂ ਦੇਖਿਆ ਹੋਵੇਗਾ, ਇੱਕ ਵਾਰੀ ਐਮਰਜੈਂਸੀ ਵਿੱਚ ਇੱਕ ਇੰਜੀਨੀਅਰਿੰਗ ਕਾਲਜ ਦਾ ਮੁੰਡੇ ਨੂੰ ਮਾਰਤਾ ਸੀ ਪੁਲਿਸ ਨੇ, 30 ਸਾਲ ਬਾਅਦ ਇੱਕ ਪੁਲਿਸ ਨੇ ਕਿਹਾ ਕਿ ਅਸੀਂ ਮਾਰਿਆ ਸੀ। 30 ਸਾਲ ਬਾਅਦ ਉਸ ਪੁਲਿਸ ਅਫਸਰ ਤੇ ਵੀ ਮੁਕੱਦਮਾ, ਪੁਲਿਸ ਕਾਂਸਟੇਬਲ ਤੇ ਵੀ ਮੁਕੱਦਮਾ ਹੋਇਆ, ਡੀਜੀਪੀ ਜਿਹੜਾ ਕਿ ਉਹ ਪੁਲਿਸ ਅਫਸਰ ਹੁਣ ਡੀਜੀਪੀ ਬਣ ਉਹਦੇ ਤੇ ਵੀ ਹੋਇਆ, ਔਰ ਫਿਰ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ 30 ਸਾਲ ਬਾਅਦ, ਜਦੋਂ ਕਿ ਇਹ ਫੇਕ ਐਨਕਾਊਂਟਰ ਸੀ। ਸੋ ਇਹ ਕਾਨੂੰਨ ਦੇ ਵਿੱਚ ਕੋਈ ਵੱਡੀ ਅੜਚਨ ਨਹੀਂ ਹੈ ਕਿ ਇੱਕ ਬੰਦੇ ਨੇ ਪਹਿਲਾਂ ਡਰ ਦੇ ਮਾਰੇ ਲਾਲਚ ਵਾਲੇ ਝੂਠਾ ਬਿਆਨ ਦੇ ਦਿੱਤਾ। ਜੇ ਸਾਬਤ ਕਿਵੇਂ ਹੁੰਦਾ? ਸਾਬਤ ਤੁਸੀਂ ਬਾਕੀ ਐਵੀਡੈਂਸ ਨਾਲ ਯਾਰਡਸਟਿਕ ਦੇਖਦੇ ਹੋ ਕਿ ਇਹਦੀ ਅਲਟੀਮੇਟਲੀ ਕਸੌਟੀ ਕੀ ਹੈ। ਕਸੌਟੀ ਹੁੰਦਾ ਕਿ ਜਦੋਂ ਵਿਟਨੈਸ ਸੱਚ ਬੋਲ ਰਿਹਾ ਉਹ ਬਾਕੀ ਉਹਦੇ ਜਿਹੜੇ ਸਬੂਤ ਆਲੇ ਦੁਆਲੇ ਉਹਦੇ ਨਾਲ ਢੁਕਦਾ ਕਿ ਨਹੀਂ ਢੁਕਦਾ। ਜੇ ਉਹਦੇ ਖਿਲਾਫ ਹੋਏ ਤਾਂ ਵਿਟਨੈਸ ਲੱਗਦਾ ਝੂਠ ਬੋਲਦਾ। ਉਹਦੇ ਇੱਕ ਛੋਟੀ ਛੋਟੀ ਬਰੀਕੀ ਵੀ ਤੁਸੀਂ ਜਦੋਂ ਸਾਰੀ ਸਟੇਟਮੈਂਟ ਦੇਖਦੇ ਹੋ ਤਾਂ ਪਤਾ ਲੱਗਦਾ ਹੈ ਕਿਹੜੀ ਸਟੇਟਮੈਂਟ ਸੱਚੀ ਹੈ, ਕਿਹੜੀ ਸਟੇਟਮੈਂਟ ਝੂਠੀ ਹੈ। ਕਾਫੀ ਆਸਾਨ ਹੁੰਦਾ ਹੈ, ਬੜੇ ਕਿਸਮ ਦਿੰਦਾ ਹੈ। ਬੜੀ ਵਾਰੀ 164 ਸਟੇਟਮੈਂਟ ਹੁੰਦੀਆਂ, ਹੋਰ ਹੈ ਕੋਰਟ ਅੱਗੇ ਹੋਰ ਹੁੰਦੀ ਹੈ, ਉਸ ਪੁਲਿਸ ਅੱਗੇ ਹੋਰ ਹੁੰਦੀ ਹੈ। ਉਸ ਤੋਂ ਬਾਅਦ ਵੀ ਜਦੋਂ ਤੁਸੀਂ ਪੂਰੇ ਕੇਸ ਦੇ ਐਵੀਡੈਂਸ ਨੂੰ ਕੰਪੇਅਰ ਕਰਦੇ ਹੋ ਤਾਂ ਬੜੇ ਆਸਾਨੀ ਨਾਲ ਪਤਾ ਲੱਗ ਜਾਂਦਾ ਕਿਹੜਾ ਗਵਾਹ ਝੂਠ ਬੋਲ ਰਿਹਾ ਔਰ ਕਿੰਨਾ ਝੂਠ ਬੋਲ ਰਿਹਾ ਔਰ ਕਿੱਥੇ ਸੱਚ ਬੋਲ ਰਿਹਾ। ਇਹ ਆਮ ਤੌਰ ਤੇ ਨਾਰਮਲ ਜੁਡੀਸ਼ੀਅਲ ਟ੍ਰੇਨਿੰਗ ਹੈਗੀ ਆ। ਆਮ ਤੌਰ ਤੇ ਹਰ ਫੈਸਲੇ ਵਿੱਚ ਤੁਸੀਂ ਇਵੈਲੂਏਟ ਕਰਦੇ ਹੋ ਗਵਾਹ ਕਿੰਨਾ ਸੱਚ ਬੋਲ ਰਿਹਾ। ਹੁਣ ਚਾਹੇ ਉਹਨੇ ਦੋ ਅਦਾਲਤਾਂ ਵਿੱਚ ਜਾਂ ਇੱਕ ਅਦਾਲਤ ਵਿੱਚ ਪਹਿਲਾਂ ਬੋਲੇਗਾ, ਹੁਣ ਉਹ ਝੂਠ ਬੋਲੇਗਾ, ਹਲੇ ਸਾਨੂੰ ਪਤਾ ਨਹੀਂ ਕਿ ਉਹ ਦੂਜੀ ਵਾਰੀ ਕੀ ਬੋਲੇਗਾ। ਹਲੇ ਤਾਂ ਉਹਨੇ ਸਿਰਫ ਪੁਲਿਸ ਸਟੇਟਮੈਂਟ ਦਿੱਤੀ ਹੈ ਔਰ ਕੇਸ ਸ਼ੁਰੂ ਹੋ ਗਿਆ, ਬਟ ਹਲੇ ਸਾਨੂੰ ਪਤਾ ਨਹੀਂ ਕਿ ਜਦੋਂ ਦੂਜੀ ਅਦਾਲਤ ਵਿੱਚ ਜਾਏਗਾ ਤਾਂ ਉਹਨੂੰ ਪਹਿਲੀ ਸਟੇਟਮੈਂਟ ਦਿਖਾਈ ਜਾਏਗੀ, ਉਹਦਾ ਕੀ ਜਵਾਬ ਦੇਗਾ। ਫਾਈਨਲੀ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਨ ਹੋ ਕੇ ਕੋਰਟ ਇੱਕ ਡਿਸੀਜਨ ਲੈਂਦਾ ਹੈ ਕਿ ਇਹ ਗਵਾਹ ਅਲਟੀਮੇਟਲੀ ਤੇ ਯਕੀਨ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਈਵਨ ਇਫ ਇਹ ਤੇ ਯਕੀਨ ਨਾ ਕੀਤਾ ਜਾਵੇ, ਉਸਦੇ ਬਾਵਜੂਦ ਬਾਕੀ ਸਬੂਤ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਬਰੀ ਕਰ ਸਕਦੇ ਜਿਹਨਾਂ ਨੂੰ ਸਜ਼ਾ ਹੋਈ ਹੈ, ਐਂਡ ਦੂਸਰੇ ਨੂੰ ਸਜ਼ਾ ਦੇ ਸਕਦੇ, ਕਿਉਂਕਿ ਫਾਈਨਲੀ ਜਿਹੜੀ ਹੁਣ ਪੁਲਿਸ ਚਲਾਨ ਪੇਸ਼ ਕਰੇਗੀ ਉਹਦੇ ਵਿੱਚ ਸਾਰੇ ਬਾਕੀ ਸਬੂਤ ਵੀ ਹੋਣਗੇ। ਇਕੱਲਾ ਹੇਮਰਾਜ ਦੀ ਗਵਾਹੀ ਤੇ ਪਹਿਲੀ ਸਜ਼ਾ ਨਹੀਂ ਹੋਈ, ਪੱਲੀ ਹੇਮਰਾਜ ਦੀ ਗਵਾਹੀ ਤੇ ਹੁਣ ਸਜ਼ਾ ਨਹੀਂ ਹੋਣੀ। ਉਹ ਇੱਕ ਗਵਾਹ ਹੈ, ਬਾਕੀ ਸਾਰੀ ਜਿਹੜਾ ਇਨਵੈਸਟੀਗੇਟਿੰਗ ਅਫਸਰ ਦੱਸੇਗਾ ਕਿਵੇਂ ਉਹ ਇਸ ਨਤੀਜੇ ਤੇ ਪਹੁੰਚਿਆ, ਕਿਵੇਂ ਇਸ ਨਤੀਜੇ ਤੇ ਪਹੁੰਚਿਆ ਕਿ ਪੂਨਮ ਸੱਚ ਬੋਲ ਰਹੀ ਹੈ, ਕਿਵੇਂ ਇਸ ਨਤੀਜੇ ਤੇ ਪਹੁੰਚੇ ਕਿ ਆਸ਼ੀਸ਼ ਕੁਮਾਰ ਝੂਠ ਬੋਲ ਰਿਹਾ ਹੈ, ਕਿਵੇਂ ਇਸ ਨਤੀਜੇ ਤੇ ਪਹੁੰਚਿਆ ਕਿ ਇਹਦੇ ਨਾਲ ਬਲਾਤਕਾਰ ਹੋਇਆ ਕਿ ਨਹੀਂ ਹੋਇਆ। ਇਹ ਸਾਰਾ ਜਦੋਂ ਇਨਵੈਸਟੀਗੇਸ਼ਨ ਆਫੀਸਰ ਆਪਣੀ ਗਵਾਹੀ ਦੇਗਾ, ਉੱਤੇ ਕ੍ਰਾਸ ਐਗਜ਼ਾਮੀਨੇਸ਼ਨ ਹੋਏਗਾ, ਫਿਰ ਕਿਤੇ ਸੱਚਾਈ ਪਤਾ ਲੱਗੇਗੀ ਕਿ ਹੇਮਰਾਜ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ। ਹੇਮਰਾਜ ਇੱਕ ਪੀਸ ਆਫ ਪਜ਼ਲ ਹੈ, ਉਹ ਕੋਈ ਲਾਸਟ ਇੱਕੋ ਹੀ ਐਵੀਡੈਂਸ ਨਹੀਂ ਹੈ ਕਿ ਉਹਦੇ ਬੇਸ ਤੇ ਸਭ ਕੁਝ ਕਰਦੇ। ਮੈਂ ਸਾਹਿਬ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ ਬਈ ਹੇਮਰਾਜ ਮਿੱਤਲ ਨੂੰ ਜਦੋਂ ਤੁਸੀਂ ਦੱਸਿਆ ਵੀ ਪੁਰਾਣੀ ਸਟੇਟਮੈਂਟ ਡੇਰਾ ਬਸੀ ਵਾਲੀ ਅਦਾਲਤ ਵਾਲੀ ਉਹਦੇ ਸਾਹਮਣੇ ਰੱਖੀ, ਉਹ ਮੁੱਕਰੇਗਾ, ਉਹ ਤਾਂ ਮੁੱਕਰਨਾ ਪਏਗਾ ਉਹਨੂੰ, ਕਿਉਂਕਿ ਉਹਨੇ 164 ਦੇ ਬਿਆਨ ਤੇ ਫਿਰ ਇਹਨੂੰ ਕੀ ਸਜ਼ਾ ਮਿਲੀ। ਕਈ ਵਾਰੀ ਮੁੱਕਰਨ ਦੀ ਲੋੜ ਨਹੀਂ ਹੁੰਦੀ, ਉਹ ਐਕਸਪਲੇਨ ਕਰ ਸਕਦਾ। ਮਿੱਤਲ ਨੂੰ ਡਬਲ ਰੋਲ ਪਲੇ ਕਰਨ ਦੇ ਲਈ ਕੀ ਸਜ਼ਾ ਮਿਲ ਸਕਦੀ? ਜਿਹੜਾ ਸਾਰਾ ਕਨਸੈਪਟ ਹੈ ਨਾ ਕਿ ਕਿਸੇ ਨੂੰ ਮਾਫੀ, ਜਿਹਦਾ ਆਪਾਂ ਮਾਫੀ ਦੇ ਕੇ ਗਵਾਹ ਕਿਵੇਂ ਬਣਾਈਦਾ, ਉਹ ਹਮੇਸ਼ਾ ਮੁਜਰਮ ਹੀ ਹੁੰਦਾ। ਇਹ ਜਿਹੜੀ ਕ੍ਰਿਮੀਨਲ ਲਾਅ ਦੇ ਵਿੱਚ ਅਸੀਂ ਪ੍ਰੋਵੀਜ਼ਨ ਬਣਾਈ ਹੈ ਕਿ ਤੁਸੀਂ ਕਿਸੇ ਨੂੰ ਕੋਰਟ ਮਾਫੀ ਦੇ ਸਕਦੀ, ਚਾਹੇ ਉਹਨੇ ਜੁਰਮ ਕੀਤਾ ਹੈ, ਉਹ ਪਾਰਟਿਸਿਪੇਟ ਹੋਏਗਾ, ਬਟ ਕਈ ਵਾਰੀ ਉਹਦੇ ਗਵਾਹੀ ਤੋਂ ਬਗੈਰ ਦੂਸਰੇ ਵੱਡੇ ਮੁਜਰਮ ਨੂੰ ਸਜ਼ਾ ਨਹੀਂ ਹੋ ਸਕਦੀ। ਇਹ ਫੈਸਲਾ ਪਬਲਿਕ ਪ੍ਰੋਸੀਕਿਊਟਰ ਕਰਦਾ ਹੈ, ਉਹ ਐਪਲੀਕੇਸ਼ਨ ਮੂਵ ਕਰਦਾ ਹੈ, ਕੋਰਟ ਇਸ ਗੱਲਾਂ ਨੂੰ ਦੇਖਦੀ ਹੈ ਕਿ ਹੁਣ ਇਹਦੇ 4 ਕ੍ਰਿਮੀਨਲ ਨੇ, ਇੱਕ ਨੇ ਤਾਂ ਕੀਤਾ ਮਰਡਰ, ਇੱਕ ਨੇ ਸਿਰਫ ਉਹਦੇ ਲਈ ਸਿਰਫ ਹਥਿਆਰ ਖਰੀਦੇ ਆ, ਤੀਸਰੇ ਨੇ ਕਾਰ ਲੈ ਕੇ ਆਇਆ, ਚੌਥੇ ਨੇ ਸਿਰਫ ਉਹਨਾਂ ਨੂੰ ਛੁਪਾਇਆ। ਜੇ ਚੌਥਾ ਜਿਹੜਾ ਉਹਨਾਂ ਨਾਲ ਸੀ ਇਹ ਸੱਚੀ ਗੱਲ ਦੱਸ ਦਵੇ ਤਾਂ ਜਿਹੜੇ ਕਤਲ ਕੀਤਾ ਉਹਨੂੰ ਸਜ਼ਾ ਹੋ ਸਕਦੀ ਹੈ। ਇਹ ਜਿਹੜੀ ਐਕਸਰਸਾਈਜ਼ ਹੈ ਬਹੁਤ ਵਾਰੀ ਕੋਰਟ ਅੱਗੇ ਆਉਂਦੀ ਹੈ, ਜਿੱਥੇ ਸੋਚਦੇ ਕਿ ਇਹ ਛੋਟੇ ਬੰਦੇ ਦੀ, ਕਿਉਂਕਿ ਵੱਡੇ ਜਿਹੜੇ ਮੁਜਰਮ ਨੂੰ ਸਜ਼ਾ ਦਵਾਉਣਾ ਵੱਡਾ ਆਬਜੈਕਟ ਹੈ ਕ੍ਰਿਮੀਨਲ ਲਾਅ ਸਿਸਟਮ ਦਾ, ਤੇ ਜੇ ਕਿਸੇ ਛੋਟੇ ਮੁਜਰਮ ਜਿਹਦਾ ਰੋਲ ਘੱਟ ਹੈ ਉਹਨੂੰ ਮਾਫੀ ਦੇ ਕੇ ਉਸ ਦੀ ਗਵਾਹੀ ਕਰਵਾ ਲਿੱਤੀ ਜਾਵੇ, ਉਹ ਬਿਲਕੁਲ ਆਈ ਵਿਟਨੈਸ ਅਕਾਊਂਟ ਹੋਏਗਾ। ਔਰ ਇਸ ਵੇਲੇ ਹੇਮਰਾਜ ਮਿੱਤਲ ਇੱਕ ਅਹਿਮ ਗਵਾਹ ਹੈ ਇਹ ਪੂਰੀ ਸਾਜ਼ਿਸ਼ ਦਾ। ਹੇਮਰਾਜ ਮਿੱਤਲ ਨੇ ਇਸ ਤੋਂ ਕੁਝ ਖੱਟਿਆ ਨਹੀਂ, ਹੇਮਰਾਜ ਮਿੱਤਲ ਨੇ ਕੋਈ ਬਲਾਤਕਾਰ ਨਹੀਂ ਕੀਤਾ। ਹੇਮਰਾਜ ਮਿੱਤਲ ਨੇ ਸਿਰਫ ਆਸ਼ੀਸ਼ ਦੇ ਕਹਿਣ ਤੇ ਉਹਨੇ ਡਰਾ ਕੇ ਕਰਵਾਇਆ, ਪੈਸੇ ਦੇ ਕੇ ਕਰਵਾਇਆ, ਦੋਸਤ ਨਾਲ ਕਰਵਾਇਆ,
ਇਹ ਸਾਰੀਆਂ ਉਹਦੀਆਂ ਸਟੇਟਮੈਂਟ ਉਦੋਂ ਪਤਾ ਲੱਗਿਆ ਜਦੋਂ ਉਹਨੂੰ ਦਿਖਾਇਆ ਜਾਏਗਾ ਤੂੰ ਪਹਿਲਾਂ ਇਹ ਕਿਉਂ ਕਿਹਾ। ਉਹ ਐਕਸਪਲੇਨ ਕਰੇਗਾ ਕਿ ਕਿਹਨਾਂ ਸਰਕਮਸਟੈਂਸ ਵਿੱਚ ਕਿਹਾ। ਉਸ ਵੇਲੇ ਜੱਜ ਇਹ ਫੈਸਲਾ ਲਏਗਾ ਕਿ ਹੇਮਰਾਜ ਹੁਣ ਸੱਚ ਬੋਲ ਰਿਹਾ ਜਾਂ ਹੇਮਰਾਜ ਨੇ ਪਹਿਲਾਂ ਸੱਚ ਬੋਲਿਆ ਸੀ। ਇਹਦਾ ਕੀ ਕੀਤਾ ਜਾਵੇ, ਇਹਨੂੰ ਮਾਫੀ ਦਿੱਤੀ ਜਾਵੇ ਜਾਂ ਫਿਰ ਇਹਨੂੰ ਵੀ ਉਹਨਾਂ ਮੁਜਰਮਾਂ ਨਾਲ ਜੋੜ ਦਿੱਤਾ ਜਾਵੇ। ਇਹ ਸਾਰੇ ਫੈਸਲੇ ਅਦਾਲਤ ਕੋਲ ਇੰਨੀ ਕੁ ਆਜ਼ਾਦੀ ਹੁੰਦੀ ਹੈ। ਬਟ ਇਹਨੂੰ ਕਹਿਣਾ ਕਿ ਅੱਜ ਕੀ ਕਹੇਗਾ, ਜਦੋਂ ਕੱਲ ਹੇਮਰਾਜ ਦੇ ਐਕਸਪਲੇਨੇਸ਼ਨ ਤੇ ਡਿਪੈਂਡ ਕਰਦਾ ਹੈ। ਅਦਾਲਤ ਵਿੱਚ ਜਦੋਂ ਸਵਾਲ ਪੁੱਛਿਆ ਜਾਏਗਾ ਉਸ ਐਕਸਪਲੇਨੇਸ਼ਨ ਤੇ ਡਿਪੈਂਡ ਕਰਦਾ ਤੇ ਬਾਕੀ ਜਿਹੜਾ ਸਬੂਤ ਆਉਣਗੇ ਉਹਨਾਂ ਤੇ ਡਿਪੈਂਡ ਕਰਦਾ ਕਿ ਇਹਨੂੰ ਕੋਰਟ ਮਾਫੀ ਦੇਣ ਵਾਲਾ ਗਵਾਹ ਬਣਾਏਗੀ ਜਾਂ ਇਹਨੂੰ ਮੁਜਰਮ ਬਣਾਏਗੀ ਜਾਂ ਇਹਨੂੰ ਝੂਠੀ ਗਵਾਹੀ ਦੇਣ ਦੀ ਸਜ਼ਾ ਦੇਗੀ। ਜੀ ਮੈਂ ਸਾਹਿਬ ਹੁਣ ਆਪਾਂ ਅਗਲੇ ਮਾਮਲੇ ਤੇ ਚੱਲਦੇ ਹਾਂ। ਗੋਲਡੀ ਬਰਾੜ ਗ੍ਰਿਫਤਾਰ ਡਿਟੇਨ ਹੋ ਗਿਆ ਅਮਰੀਕਾ ਦੇ ਵਿੱਚ। ਭਗਵੰਤ ਮਾਨ ਨੇ ਕਹਿਤਾ ਬੜੀ ਜਲਦੀ ਵਾਪਸ ਲਈ। ਤੁਹਾਡਾ ਕੀ ਕਹਿਣਾ, ਪ੍ਰੋਸੀਜਰ ਕੀ ਹੈ, ਕਿੰਨਾ ਟਾਈਮ ਲੱਗ ਸਕਦਾ ਉਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ? ਜੀ USA ਐਂਡ ਇੰਡੀਆ ਦੇ ਵਿੱਚ ਇੱਕ ਐਕਸਟ੍ਰਾਡੀਸ਼ਨ ਟ੍ਰੀਟੀ ਹੈ 1997 ਵਿੱਚ ਬਣੀ। ਉਸ ਤੋਂ ਪਹਿਲਾਂ ਅਸੀਂ 1942 ਦੇ ਵੇਲੇ USA ਐਂਡ ਇੰਗਲੈਂਡ ਦੇ ਵਿੱਚ ਇੱਕ ਟ੍ਰੀਟੀ ਹੋਈ ਸੀ, ਉਹਨੂੰ ਵੀ ਅਪਲਾਈ ਕਰਦੇ ਹੁੰਦੇ ਸੀ। 1942 ਦੇ ਹਿੰਦੁਸਤਾਨ ਇੱਕ ਪੁਰਾਣੀ ਟ੍ਰੀਟੀ ਦੇ ਮੁਤਾਬਿਕ ਕਰਦਾ ਸੀ। ਉਹ ਟ੍ਰੀਟੀ ਵਿੱਚ ਵਾਪਸ ਲਿਆਉਣਾ ਕਾਫੀ ਮੁਸ਼ਕਲ ਸੀ। 97 ਦੀ ਟ੍ਰੀਟੀ ਦੇ ਮੁਤਾਬਿਕ ਜਿਹੜਾ ਬੰਦਾ ਜਿਸ ਮੁਲਕ ਵਿੱਚ ਰਹਿ ਰਿਹਾ, ਇੱਕ ਹੁੰਦਾ ਰਿਕੁਐਸਟਿੰਗ ਕੰਟਰੀ, ਇੱਕ ਹੁੰਦਾ ਰਿਕੁਐਸਟਡ ਕੰਟਰੀ, ਜਿਹੜੇ ਰਿਕੁਐਸਟ ਐਕਸੈਪਟ ਕਰਨੀ। ਹੁਣ ਇੰਡੀਆ ਇਸ ਕੇਸ ਵਿੱਚ ਜਾਂ ਪੰਜਾਬ ਇਸ ਕੇਸ ਵਿੱਚ ਰਿਕੁਐਸਟਿੰਗ ਕੰਟਰੀ ਬਣਿਆ ਕਿ ਜੀ ਇਸ ਬੰਦੇ ਨੇ ਇੱਥੇ ਜ਼ੁਲਮ ਕੀਤਾ, ਇਹਨੇ ਅਪਰਾਧ ਕੀਤਾ ਤੇ ਇਹਨੂੰ ਸਾਡੇ ਭੇਜੋ। ਕੰਡੀਸ਼ਨ ਇਹ ਹੈ ਕਿ ਜੇ ਕਿਸੇ ਨੇ, ਜਿਹੜੇ ਦੋਨੋਂ ਦੇਸ਼ਾਂ ਉਸ ਗੱਲ ਨੂੰ ਅਪਰਾਧ ਸਮਝਦੇ ਹੋਣ, ਉਹਨਾਂ ਦਾ ਪੀਨਲ ਕੋਡ ਉਹਨੂੰ ਅਪਰਾਧ ਕਹਿੰਦਾ ਹੋਵੇ ਤਾਂ ਉਹਦੀ ਸਜ਼ਾ ਇੱਕ ਸਭ ਤੋਂ ਜ਼ਿਆਦਾ ਹੋਵੇ, ਤਾਂ ਬੰਦੇ ਨੂੰ ਉਹ ਕੰਟਰੀ ਬਾਉਂਡ ਹੈ ਉਸ ਨੂੰ ਭੇਜਣ ਲਈ। ਉਹਦੇ ਸਿਰਫ ਦੋ ਕੰਡੀਸ਼ਨਸ ਹੈ। ਉਹ ਹੈ ਕਿ ਜਦੋਂ ਕੰਟਰੀ ਰਿਕੁਐਸਟ ਕਰਦੀ ਹੈ ਕਿ ਇਹ ਬੰਦਾ ਤੁਹਾਡੇ ਮੁਲਕ ਵਿੱਚ ਹੈਗਾ, ਇਹਨੇ ਇਹ ਜ਼ੁਲਮ ਕੀਤਾ, ਇਹ ਉਹਦੇ ਦਸਤਾਵੇਜ਼ ਹੈ, ਉਹਦੇ ਸਬੂਤ ਹੈ, ਡਾਕੂਮੈਂਟ ਸਾਰੇ ਭੇਜੇਗੀ। ਉਹਨੂੰ ਪਹਿਲਾਂ ਵੀ ਡਾਕੂਮੈਂਟ ਤੋਂ ਪਹਿਲਾਂ ਅਰੈਸਟ ਕਰ ਸਕਦੀ ਹੈ, 60 ਦਿਨ ਤੱਕ ਉਹ ਰੱਖ ਸਕਦੀ ਹੈ। 60 ਦਿਨ ਦੇ ਅੰਦਰ ਜੇ ਰਿਕੁਐਸਟਿੰਗ ਕੰਟਰੀ ਸਾਰੇ ਡਾਕੂਮੈਂਟ ਭੇਜ ਦੇਵੇ ਔਰ ਉਹਨਾਂ ਨੂੰ ਲੱਗੇ ਕਿ ਵਾਕਿਆ ਇਹ ਡਾਕੂਮੈਂਟ ਦੇ ਬੇਸ ਤੇ ਉਹਨੇ ਅਪਰਾਧ ਕੀਤਾ ਹੈ, ਤਾਂ ਉਹਨੂੰ ਫਿਰ ਦੂਸਰੇ ਕੰਟਰੀ ਭੇਜ ਦਿੰਦੇ। ਉਹਦੇ ਕੋਲ ਰਾਈਟ ਟੂ ਅਪੀਲ ਜ਼ਰੂਰ ਹੁੰਦਾ, ਮਗਰ ਇਹ ਪ੍ਰੋਸੈਸ ਕਾਫੀ ਤੇਜ਼ੀ ਨਾਲ ਹੁਣ ਖਤਮ ਕੀਤਾ ਜਾ ਸਕਦਾ ਹੈ। 1 ਸਾਲ ਦੇ ਅੰਦਰ ਪ੍ਰੋਸੈਸ ਖਤਮ ਹੋ ਜਾਂਦਾ ਜੇ। ਬਟ ਉਹਦੀ ਹੁਣ ਸਮਰੱਥਾ ਕਿੰਨੀ ਹੈ, ਉਹ ਅਲਟੀਮੇਟਲੀ US ਸੁਪਰੀਮ ਕੋਰਟ ਤੱਕ ਜਾ ਸਕਦਾ ਹੈ। ਉਹ ਅਪੀਲ ਤੇ ਅਪੀਲ ਵੀ ਕਰ ਸਕਦਾ। ਹਰ ਕੰਟਰੀ 'ਚ ਪ੍ਰੋਵੀਜ਼ਨ ਹੁੰਦੀ ਹੈ। ਉਹਦੇ ਕੋਲ ਕਿੰਨੀ ਸਮਰੱਥਾ ਹੈ, ਉਹਦੇ ਕੋਲ ਲੱਗਦਾ ਕਿ ਉਹਦੀ ਹੈ ਹੀ ਜਿਹੜਾ ਇੰਨਾ ਵੱਡਾ ਗੈਂਗ ਚਲਾ ਰਿਹਾ ਹੈ, ਉਹ ਘੱਟੋ ਘੱਟ ਅਪੀਲ ਤਾਂ ਕਰੇਗਾ ਹੀ ਕਰੇਗਾ। ਉਹ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਇੰਡੀਆ ਨਾ ਆਏ, ਕਿਉਂਕਿ ਇੰਡੀਆ ਵਿੱਚ ਉਹ ਇਕੱਲੇ ਇੱਕ ਕੇਸ ਵਿੱਚ ਨਹੀਂ ਹੈ, ਉਹ ਤਾਂ ਕਈ ਮੋਰ ਦੈਨ 12 ਕੇਸਾਂ ਵਿੱਚ ਇਨਵੋਲਡ ਹੈ। ਇਹਨਾਂ ਹਾਲਾਤਾਂ ਵਿੱਚ ਪੋਸੀਬਲ ਹੀ ਹੋ ਸਕਦਾ ਕਿ ਉਹਨੂੰ 2 ਸਾਲ ਲੱਗ ਜਾਣ, 3 ਸਾਲ ਲੱਗ ਜਾਣ, 4 ਸਾਲ ਲੱਗ ਜਾਣ, ਮੇਬੀ 6 ਮਹੀਨੇ ਲੱਗਣ। ਮਗਰ ਇਹ ਹੁਣ ਬੜਾ ਆਸਾਨ ਹੈ ਜੇ ਪੰਜਾਬ, ਕਿਉਂਕਿ ਅਲਟੀਮੇਟਲੀ ਜਿਹੜੀ ਕੋਆਰਡੀਨੇਟਿੰਗ ਏਜੰਸੀ CBI ਹੈ, CBI ਕੋਆਰਡੀਨੇਟ ਕਰਦੀ ਹੈ ਸਾਰੇ ਇੰਟਰਨੈਸ਼ਨਲ ਮਾਮਲੇ ਜਿੱਥੇ ਤੇ ਐਕਸਟ੍ਰੈਡੀਸ਼ਨ ਐਵੀਡੈਂਸ ਭੇਜਣਾ, ਤੇ ਪੰਜਾਬ ਪੁਲਿਸ ਨੇ ਐਵੀਡੈਂਸ ਦੇਣਾ। ਜੇ ਇਹਨਾਂ ਕੋਲ ਐਵੀਡੈਂਸ ਹੈਗਾ ਗੋਲਡੀ ਬਰਾੜ ਦੇ ਖਿਲਾਫ, ਤੇ ਅੱਜ ਨਹੀਂ ਤਾਂ ਕੱਲ ਉਹਨੇ ਵਾਪਸ ਆਉਣਾ ਹੈ। ਤੁਸੀਂ ਨੀਰਵ ਮੋਦੀ ਦਾ ਕੇਸ ਦੇਖਿਆ ਹੀ ਹੈ। ਫਾਈਨਲੀ ਉਹ ਜਿੰਨੇ ਮਰਜ਼ੀ UK ਹਾਈ ਕੋਰਟ ਜੋ ਜਾ ਕੇ ਸਾਰਾ ਕੁਝ ਹਾਰ ਗਿਆ। ਉਹ ਐਡਾ ਵੱਡਾ 35,000 ਕਰੋੜ ਦਾ ਜਿਹਨੇ ਘਪਲਾ ਕੀਤਾ ਹੋਇਆ ਹੈ, ਉਸ ਦੇ ਬਾਵਜੂਦ ਵੀ ਉਹ ਸਾਰੇ ਕੇਸ ਹਾਰ ਗਿਆ UK ਦੇ ਵਿੱਚ। ਬਟ ਉਹਨੇ ਡਿਲੇ ਤਾਂ ਕਰ ਲਿਆ, ਘੱਟੋ ਘੱਟ 4-5 ਸਾਲ ਡਿਲੇ ਕਰ ਲਿਆ। ਮੇਬੀ ਗੋਲਡੀ ਬਰਾੜ ਇਹ ਗੱਲ ਨੂੰ ਇੰਨਾ ਡਿਲੇ ਨਹੀਂ ਕਰ ਸਕਦਾ ਕਿਉਂਕਿ ਇਹਦਾ ਕੇਸ ਫਾਈਨੈਂਸ਼ੀਅਲ ਫਰਾਡ ਨਹੀਂ, ਇਹਦਾ ਤਾਂ ਸਿੱਧਾ ਕਿਲਿੰਗ ਦਾ ਕੇਸ ਹੈ, ਔਰ ਇੱਕ ਨਹੀਂ ਕਈ ਕੇਸ ਹੈ। ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ ਨਹੀਂ ਕਿ US ਦਾ ਕੋਰਟ ਇਸ ਮਾਮਲੇ ਨੂੰ ਡਿਲੇ ਕਰੇਗਾ ਜੇ ਇਹਨੂੰ ਕੋਈ ਰਿਲੀਫ ਦੇਗਾ, ਪ੍ਰੋਵਾਈਡਡ ਅਸੀਂ ਸਫੀਸ਼ੀਐਂਟਲੀ ਕਨਵਿੰਸਿੰਗ ਐਵੀਡੈਂਸ ਡਾਕੂਮੈਂਟਰੀ ਫਾਰਮ ਵਿੱਚ US ਗਵਰਨਮੈਂਟ ਨੂੰ ਸੌਂਪ ਦਈਏ ਜਲਦੀ ਤੋਂ ਜਲਦੀ। ਬੈਂਸ ਸਾਹਿਬ ਮੈਨੂੰ ਚਲਦੇ ਚਲਦੇ ਇੱਕ ਹੋਰ ਮਸਲਾ ਯਾਦ ਆ ਗਿਆ, ਉਹਦੇ ਬਾਰੇ ਵੀ ਮੈਂ ਜ਼ਿਕਰ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਾਮਲਾ ਚੱਲਦਾ ਸੰਵਿਧਾਨ ਨੂੰ ਲੈ ਕੇ। ਸ਼੍ਰੋਮਣੀ ਅਕਾਲੀ ਦਲ ਨੇ 2 ਸੰਵਿਧਾਨ ਆਪਣੇ ਪੇਸ਼ ਕੀਤੇ ਵੱਖ-ਵੱਖ ਅਥਾਰਟੀਜ਼ ਦੇ ਅੱਗੇ। ਇੱਕ ਪਾਸੇ ਤਾਂ ਕਿਹਾ ਜੀ ਅਸੀਂ ਸੈਕੂਲਰ ਪਾਰਟੀਆਂ, ਇੱਕ ਪਾਸੇ ਕਿਹਾ ਜੀ ਅਸੀਂ ਪੰਥਕ ਪਾਰਟੀਆਂ। ਮਾਮਲਾ ਹੁਸ਼ਿਆਰਪੁਰ ਕੋਰਟ ਚਲਿਆ ਗਿਆ। ਹੁਣ ਮੇਰਾ ਖਿਆਲ ਹੈ ਸੁਪਰੀਮ ਕੋਰਟ ਤੋਂ ਕਿਸੇ ਕਿਸਮ ਦੀ ਆਰਜ਼ੀ ਤੌਰ ਤੇ ਸਟੇ ਮਿਲੀ ਆ। ਇਹਦੇ ਬਾਰੇ ਸੰਖੇਪ ਦੇ ਵਿੱਚ ਦੱਸ ਦਿਓ ਕਿ ਅਕਾਲੀ ਦਲ ਵਾਸਤੇ 2 ਸੰਵਿਧਾਨ ਪੇਸ਼ ਕਰਨਾ ਜਾਇਜ਼ ਸੀ, ਕੀ ਸੀ ਇਹ? ਜੇ ਦੇਸ਼ ਦੇ ਵਿੱਚ ਕਾਨੂੰਨ ਜਾਂ ਸੰਵਿਧਾਨ ਦੇ ਨਜ਼ਰਾਂ ਦੇਖੀਏ ਤਾਂ ਕੋਈ ਵੀ ਪਾਰਟੀ ਧਰਮ ਦੇ ਨਾਮ ਤੇ ਵੋਟਾਂ ਨਹੀਂ ਮੰਗ ਸਕਦੀ, ਧਰਮ ਦੇ ਨਾਮ ਤੇ ਇਲੈਕਸ਼ਨ ਨਹੀਂ ਜਿੱਤ ਸਕਦੀ, ਧਰਮ ਦੇ ਨਾਮ ਤੇ ਇਲੈਕਸ਼ਨ ਕੰਪੇਨ ਨਹੀਂ ਕਰ ਸਕਦੀ, ਕੋਈ ਪੋਸਟ ਨਹੀਂ ਛਾਪ ਸਕਦੀ। ਪਰ ਇਹ ਕਾਨੂੰਨ ਹੋਣ ਦੇ ਬਾਵਜੂਦ ਵੀ ਆਪਾਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ
बहुत साल तक अपना कैंपेन गुरुद्वारा साहब तो चलाया, बहुत देर तक उन्होंने पंथ ਨੂੰ ਇਨਵੋਕ ਕਰਕੇ ਇਹ ਇਲੈਕਸ਼ਨਾਂ ਜਿੱਤੀਆਂ। ਸੋ ਸਿੱਧੀ ਗੱਲ ਹੈ ਕਿ ਰੈਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਤੇ ਸਾਡਾ ਜਿਹੜਾ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਤੱਕ ਇਹ ਕਹਿੰਦਾ ਕਿ ਇੱਕ ਵਾਰੀ ਇਹ ਕੰਟਰੀ ਨੂੰ ਸੈਕੂਲਰ ਕੰਟਰੀ ਕਹਿ ਦਿੱਤਾ ਗਿਆ ਤੇ ਇਹਦਾ ਮਤਲਬ ਕੋਈ ਵੀ ਧਰਮ ਦੇ ਨਾਮ ਤੇ ਇਲੈਕਸ਼ਨ ਦੇ ਵਿੱਚ ਨਾ ਕੰਪੇਨਿੰਗ ਕਰ ਸਕਦਾ ਤੇ ਨਾ ਮੰਗ ਸਕਦਾ, ਤੇ ਆਪਣੇ ਪਾਰਟੀ ਵੀ ਤਾਂ ਬਿਲਕੁਲ ਨਹੀਂ ਕਹਿ ਸਕਦਾ, ਪਾਰਟੀ ਦਾ ਨਾਮ ਵੀ ਧਰਮ ਦੇ ਨਾਮ ਤੇ ਸਿੰਬਲ ਦੇ ਨਾਮ ਤੇ ਨਹੀਂ ਰੱਖ ਸਕਦਾ। ਮਗਰ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਮਜਬੂਰੀ ਪਈ, ਜਦੋਂ ਕਿਸੇ ਨੇ ਚੈਲੰਜ ਕੀਤਾ ਤਾਂ ਉਹਨਾਂ ਨੇ ਇੱਕ ਨਵਾਂ ਸੰਵਿਧਾਨ ਪੇਸ਼ ਕਰਤਾ ਔਰ ਇਲੈਕਸ਼ਨ ਕਮਿਸ਼ਨ ਦੇ ਅੱਗੇ ਪੇਸ਼ ਕੀਤਾ, ਇਸ ਲਈ ਰੈਕਗਨਾਈਜ਼ਡ ਪੋਲੀਟੀਕਲ ਪਾਰਟੀ ਬਣੀ ਰਹੀ। ਬਟ ਸੱਚ ਇਹ ਹੈ ਕਿ ਜੇ ਤੁਸੀਂ ਸਾਰਾ ਇਤਿਹਾਸ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ, ਤਾਂ ਇਹ ਸ਼ੁਰੂ ਤਾਂ ਧਰਮ ਤੋਂ ਹੀ ਹੋਈ ਸੀ, ਪੰਥ ਤੋਂ ਹੋਈ ਸੀ, ਬਾਅਦ ਵਿੱਚ ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰਨ ਲੱਗ ਪਏ। ਬਟ ਇਹ ਕੰਡੀਸ਼ਨ ਹੈ ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰਨ ਦੀ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਕ ਧਰਮ ਦੀ ਰੱਖਿਆ ਲਈ ਜਾਂ ਇੱਕ ਖੇਤਰ ਦੇ ਲਈ, ਖੇਤਰ ਤਾਂ ਫਿਰ ਵੀ ਕਹਿ ਸਕਦੇ ਕਿ ਪੰਜਾਬ ਦੇ ਹਿੱਤ ਲਈ ਮੈਨੂੰ ਰਜਿਸਟਰ ਕਰਨਾ, ਪੰਜਾਬ ਦੀ ਪਾਰਟੀ ਹੈ, ਪਰ ਤੁਸੀਂ ਇੱਕ ਧਰਮ ਦੇ ਜਾਂ ਇੱਕ ਗਰੁੱਪ ਦੇ, ਇੱਕ ਜਾਤੀ ਦੇ ਨਾਮ ਤੇ ਇਲੈਕਸ਼ਨ ਪਾਰਟੀ ਨਹੀਂ ਬਣਾ ਸਕਦੇ, ਤਾਂ ਫਿਰ ਉਹਨੂੰ ਇਲੈਕਸ਼ਨਾਂ ਵਿੱਚ ਨਹੀਂ ਲੜਾ ਸਕਦੇ। ਨਹੀਂ ਜੀ, ਫਿਰ ਹੁਣ ਸਮੱਸਿਆ ਤਾਂ ਇਹ ਹੋਈ ਨਾ ਬੈਂਸ ਸਾਹਿਬ, ਬਈ ਉਹਨਾਂ ਨੇ ਇੱਕ ਨਵਾਂ ਸੰਵਿਧਾਨ ਤਿਆਰ ਕਰ ਲਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸੈਕੂਲਰ ਕਹਿ ਦਿੱਤਾ। ਇਹ ਹੁਣ ਆਰਗੂਮੈਂਟ ਇਹ ਦਿੱਤਾ ਜਾ ਰਿਹਾ ਜੀ ਅਸੀਂ ਤਾਂ ਸੈਕੂਲਰ ਹੈਗੇ ਹੀ ਆ, ਜੇ ਅਸੀਂ ਧਾਰਮਿਕ ਵੀ ਆ ਪਰ ਸਾਡਾ ਧਰਮ ਸੈਕੂਲਰ ਹੈ, ਸਿੱਖੀਜ਼ਮ ਇੱਕ ਸੈਕੂਲਰ ਰਿਲੀਜਨ ਆ, ਇਸ ਕਰਕੇ ਅਸੀਂ ਤਾਂ ਦੋਨੋਂ ਪਾਸੇ ਸੈਕੂਲਰ ਆ, ਸਾਡੇ ਦੋਨੋਂ ਸੰਵਿਧਾਨ ਠੀਕ ਨੇ। ਕੀ ਇਹ ਦੋਨੋਂ ਸੰਵਿਧਾਨ ਪੇਸ਼ ਕਰਨੇ ਜਾਇਜ਼ ਸੀ? ਦੱਸੋ ਜੀ। ਨਹੀਂ, ਇਹ ਅਲਟੀਮੇਟਲੀ ਤਾਂ ਕੋਰਟ ਡਿਸਾਈਡ ਕਰੇਗੀ ਕਿ ਕਿਹੜਾ ਇੱਕੋ ਹੀ ਸੰਵਿਧਾਨ ਜਾਇਜ਼ ਰਹਿ ਸਕਦਾ। ਇਹ ਸੰਵਿਧਾਨ ਤਾਂ ਇੱਕੋ ਹੀ ਹੁੰਦਾ, ਇੱਕ ਪਾਰਟੀ ਦਾ ਵੀ ਤਾਂ, ਇੱਕ ਦੇਸ਼ ਦਾ ਵੀ ਤਾਂ, ਇੱਕ ਕਿਸੇ ਵੀ ਜ਼ਿਆਦਾ ਇੱਕੋ ਹੀ ਡਾਕੂਮੈਂਟ ਹੁੰਦਾ। ਇਹ ਜੇ ਇਹਨਾਂ ਨੇ ਆਪਣਾ ਸੰਵਿਧਾਨ ਬਦਲ ਲਿਆ, ਕਿਉਂਕਿ ਜੇ ਇਹਨਾਂ ਨੇ ਇਲੈਕਟਰਲ ਪੋਲਿਟਿਕਸ ਰਹਿਣਾ ਤੇ ਇਹਨਾਂ ਨੂੰ ਅਲਟੀਮੇਟਲੀ ਸੈਕੂਲਰ ਕਨਸਟੀਟਿਊਸ਼ਨ ਜਿਹੜਾ ਬਣਾਇਆ ਉਹੀ ਮੰਨਣਾ ਪਏਗਾ। ਜੇ ਇਹਨਾਂ ਨੇ ਇਨਸਿਸਟ ਕੀਤਾ ਕਿ ਪਹਿਲਾ ਸੰਵਿਧਾਨ ਸਾਡਾ ਅਸਲੀ ਸੰਵਿਧਾਨ ਹੈ, ਤੇ ਫਿਰ ਆਟੋਮੈਟਿਕਲੀ ਡੀਰੈਕਗਨਾਈਜ਼ ਹੋ ਜਾਣਗੇ, ਇਲੈਕਸ਼ਨ ਨਹੀਂ ਲੜ ਸਕਣਗੇ। ਸੋ ਇੱਕ ਵੱਡੀ ਗੱਲ ਨਹੀਂ, ਕੋਈ ਪਾਰਟੀ ਧਾਰਮਿਕ ਪਾਰਟੀ ਤੋਂ ਸ਼ੁਰੂਆਤ ਹੋ ਕੇ ਸੈਕੂਲਰ ਪਾਰਟੀ ਇਲੈਕਸ਼ਨ ਲੜਨ ਲਈ ਬਣ ਸਕਦੀ ਹੈ, ਸੰਵਿਧਾਨ ਬਣਾ ਸਕਦੀ ਹੈ, ਇਹਦੇ 'ਚ ਕੋਈ ਰੋਕ ਨਹੀਂ ਹੈ। ਸਿਰਫ ਇਹ ਇੱਕ ਲੋਕਾਂ ਨਾਲ ਚਲਾਕੀ ਜ਼ਰੂਰ ਹੈ ਕਿ ਜਦੋਂ ਤੱਕ ਤੁਸੀਂ ਧਰਮ ਦੇ ਨਾਮ ਤੇ ਦੋ ਸੰਵਿਧਾਨ ਪੇਸ਼ ਕੀਤੇ ਆ, ਹੁਣ ਇਹਨਾਂ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਸੇ ਇਹਨਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੇ ਪੇਸ਼ ਕੀਤੇ ਜੀ? ਇਹ ਕੋਈ ਸਜ਼ਾ, ਇਹਨਾਂ ਨੂੰ ਪਨਿਸ਼ਮੈਂਟ ਵੀ ਤਾਂ ਹੋਣੀ ਚਾਹੀਦੀ ਹੈ ਨਾ ਜੀ। ਪਨਿਸ਼ਮੈਂਟ ਤਾਂ ਜੇ ਇਲੈਕਸ਼ਨ ਕਮਿਸ਼ਨ ਕਹੇ ਕਿ ਇਹਨਾਂ ਦਾ ਜਿਹੜਾ ਅਸਲੀ ਸੰਵਿਧਾਨ ਧਾਰਮਿਕ ਦਾ ਏਜੰਡਾ ਹੈ ਔਰ ਇਹਨਾਂ ਨੂੰ ਡੀਰੈਕਗਨਾਈਜ਼ ਕਰ ਸਕਦਾ, ਬਿਲਕੁਲ ਕਰ ਸਕਦਾ। ਮਗਰ ਕਿਸੇ ਨੂੰ ਇਹ ਵੀ ਪਾਬੰਦੀ ਨਹੀਂ ਨਾ ਕਿ ਸਾਰੀ ਉਮਰ ਇੱਕ ਵਾਰੀ ਤੁਸੀਂ ਧਾਰਮਿਕ ਪਾਰਟੀ ਬਣਾ ਲਈ ਤਾਂ ਤੁਸੀਂ ਉਹਨੂੰ ਸੈਕੂਲਰ ਨਹੀਂ ਬਣਾ ਸਕਦੇ। ਇਹ ਵੀ ਇੰਨੀ ਕੁ ਆਜ਼ਾਦੀ ਹੈ। ਸੋ ਜੇ ਕਹਿਣ ਕਿ ਅੱਜ ਤੋਂ ਅਸੀਂ ਇੱਕ ਸੈਕੂਲਰ ਪਾਰਟੀ ਮੰਗਰ ਸਭ ਨੂੰ ਪਾਰਟੀ ਮੈਂਬਰ ਬਣਾਵਾਂਗੇ ਤਾਂ ਅਸੀਂ ਆਪਣਾ ਉਹ ਛੱਡਤਾ, ਤਾਂ ਅਸੀਂ ਸੰਵਿਧਾਨ ਦੇ ਮੁਤਾਬਿਕ ਚੱਲਾਂਗੇ, ਤਾਂ ਉਹ ਆਜ਼ਾਦੀ ਇਸ ਪਾਰਟੀ ਨੂੰ ਇਹ ਵੀ ਕਰ ਸਕਦੀ ਹੈ। ਤਾਂ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕਦੀ ਇਹ ਲੜਾਈ ਹਾਰਨਗੇ। ਫਾਈਨਲੀ ਇਹਨਾਂ ਨੂੰ ਉਹ ਸੰਵਿਧਾਨ ਰੈਕਗਨਾਈਜ਼ ਹੋ ਜਾਏਗਾ। ਲੋਕਾਂ ਨੇ ਤੱਕ ਧੋਖਾ ਕੀਤਾ, ਲੋਕਾਂ ਨੂੰ ਮਿਸਲੀਡ ਕੀਤਾ, ਉਹ ਤਾਂ ਲੋਕੀ ਇਲੈਕਸ਼ਨਾਂ ਵਿੱਚ ਪੋਲੀਟੀਕਲੀ ਉਹਦਾ ਜਵਾਬ ਦੇਣਗੇ। ਬਟ ਅਦਾਲਤ ਇਸ ਗੱਲ ਤੇ ਇਹਨੂੰ ਸਜ਼ਾ ਨਹੀਂ ਦੇ ਸਕਦੀ ਕਿ ਤੁਸੀਂ ਦੋ ਸੰਵਿਧਾਨ ਕਿਉਂ ਬਣਾਏ। ਫਿਰ ਮਤਲਬ ਇਹ ਆ ਇੱਕ ਸੰਵਿਧਾਨ ਤਾਂ ਛੱਡਣਾ ਪਊ ਨਾ ਜੀ ਇਹਨਾਂ ਨੂੰ, ਕਿ ਨਹੀਂ? ਉਹ ਤਾਂ ਕਲੀਅਰ ਕਰਨਾ ਪਊ। ਇਹ ਤਾਂ ਦੇਖੋ ਸਾਡੇ ਮੁਲਕ ਵਿੱਚ ਧਰਮ, ਇਹ ਇੰਨਾ ਕਾਨੂੰਨ ਦੇ ਹੋਣ ਦੇ ਬਾਵਜੂਦ ਸਾਡੀ ਸਾਰੀ ਪੋਲਿਟਿਕਸ ਅੱਜ ਕੱਲ੍ਹ ਧਰਮ ਤੇ ਚੱਲ ਰਹੀ। ਸਾਡੀ ਨੈਸ਼ਨਲ ਗਵਰਨਮੈਂਟ ਨੇ ਧਾਰਮਿਕ ਸਿੰਬਲਸ ਦੇ ਸਾਰੇ ਇਲੈਕਸ਼ਨ ਲੜ ਰਹੇ। ਉਹ ਤਾਂ ਸਾਡਾ ਪ੍ਰਾਈਮ ਮਿਨਿਸਟਰ ਸਵਾਏ ਮੰਦਰਾਂ ਤੋਂ ਕਿਤੇ ਜਾਂਦਾ ਨਹੀਂ। ਕਿੰਨਾ ਕੰਟਰਾਸਟ ਹੈ। ਅਸੀਂ ਬੱਚੇ ਸੀ ਤਾਂ ਪ੍ਰਧਾਨ ਮੰਤਰੀ ਜਿਹੜਾ ਨਹਿਰੂ ਸੀ ਉਹਨੇ ਕਿਹਾ ਸੀ ਭਾਖੜਾ ਨਗਰ ਨੂੰ ਇਨੋਗਰੇਟ ਕਰਦੇ ਕਿ ਇਹ ਸਾਡੇ ਮੰਦਿਰ ਨੇ ਅੱਜ ਕੱਲ੍ਹ ਮਾਡਰਨ ਇੰਡੀਆ ਦੇ ਮੰਦਿਰ। ਔਰ ਅੱਜ ਦਾ ਪ੍ਰਧਾਨ ਮੰਤਰੀ ਸਾਡੇ ਉਹੀ ਮੰਦਿਰ ਪੁਰਾਣੇ ਜਿਹੜੇ 5000 ਸਾਲ ਤੋਂ ਅਸੀਂ ਪੂਜਦੇ ਆ ਰਹੇ ਹਾਂ, ਜਿਹਨੇ ਸਾਨੂੰ ਗੁਲਾਮ ਬਣਾਤਾ, ਉਹ ਮੰਦਿਰਾਂ ਨੇ, ਜਿਹਨਾਂ ਮੰਦਿਰਾਂ ਕਰਕੇ ਅਸੀਂ ਗਰੀਬ ਹੋ ਗਏ, ਦੀਨਹੀਨ ਹੋ ਗਏ, ਉਹਨਾਂ ਮੰਦਿਰਾਂ ਨੂੰ ਸਿੰਬਲ ਬਣਾ ਰਹੇ ਨੇ ਔਰ ਉਸ ਤੇ ਇਲੈਕਸ਼ਨ ਜਿੱਤ ਰਹੇ ਨੇ। ਇਲੈਕਸ਼ਨਾਂ ਤੋਂ ਬਾਅਦ ਕੇਦਾਰਨਾਥ ਦਰਸ਼ਨ ਕਰ ਰਹੇ ਨੇ। ਸਾਰਾ ਕੁਝ ਧਰਮ ਦੇ ਨਾਮ ਤੇ ਹੈ। ਉਸ ਦੇ ਬਾਵਜੂਦ ਸਾਡਾ ਸੰਵਿਧਾਨ, ਸਾਡਾ ਸੁਪਰੀਮ ਕੋਰਟ ਉਹਨਾਂ ਨੂੰ ਰੋਕ ਨਹੀਂ ਪਾ ਰਹੇ। ਇਸ ਕਰਕੇ ਚਾਹੇ ਇਨ ਥਿਊਰੀ ਆਪਾਂ ਕਹਿੰਦੇ ਹਾਂ ਕਿ ਐਕਟ ਐਂਡ ਕਾਨੂੰਨ ਐਂਡ ਕਨਸਟੀਟਿਊਸ਼ਨ ਕਹਿ ਰਿਹਾ ਕਿ ਧਰਮ ਦੇ ਨਾਮ ਤੇ ਵੋਟਾਂ ਨਾ ਮੰਗੇ ਜਾਣ, ਤਾਂ ਸੱਚ ਇਹ ਹੈ ਕਿ ਤਕਰੀਬਨ ਜਿਹੜੀ ਪਾਰਟੀ ਜਿੰਨਾ ਕਰ ਸਕਦੀ ਹੈ ਧਰਮ ਦੇ ਨਾਮ ਤੇ ਵੋਟਾਂ ਮੰਗ ਰਹੀ ਹੈ, ਹੁਣ ਤਾਂ ਸਿੱਧੇ ਤੌਰ ਤੇ ਮੰਗ ਰਹੀ ਹੈ। ਇਹ ਡਿਬੇਟ ਇਸ ਕਰਕੇ ਅਕਾਲੀ ਦਲ ਤਾਂ ਉਹਨਾਂ ਨੇ ਇੰਨਾ ਧਰਮ ਨੂੰ ਐਕਸਪਲੋਇਟ ਨਹੀਂ ਕੀਤਾ ਜਿੰਨਾ ਭਾਰਤੀ ਜਨਤਾ ਪਾਰਟੀ ਅੱਜ ਕਰ ਰਹੀ ਧਰਮ ਦੇ ਨਾਮ ਤੇ। ਤਾਂ ਜਦੋਂ ਇਹ ਮਾਹੌਲ ਹੋਵੇ, ਸ਼੍ਰੋਮਣੀ ਅਕਾਲੀ ਦਲ ਨੂੰ ਘੱਟੋ ਘੱਟ ਕੋਈ ਉਹਨਾਂ ਨੂੰ ਡੀਰੈਕਗਨਾਈਜ਼ ਨਹੀਂ ਕਰਨ ਲੱਗਾ, ਉਹਨਾਂ ਨੂੰ ਇਹੋ ਜਿਹਾ ਕੋਈ ਡਰ ਨਹੀਂ ਜੀ। ਮੈਂ ਸਾਹਿਬ ਤੁਸੀਂ ਇੰਨਾ ਟਾਈਮ ਦਿੱਤਾ, ਤੁਹਾਡਾ ਧੰਨਵਾਦ। ਇਹ ਸਨ
ਰਾਜਵਿੰਦਰ ਸਿੰਘ ਬੈਂਸ, ਸੀਨੀਅਰ ਐਡਵੋਕੇਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਬੜੇ ਪਪੂਲਰ, ਵੱਡੇ ਕੇਸ ਲੜਦੇ ਆ, ਪੈਸੇ ਵੀ ਮੋਟੇ ਦਿੰਦੇ ਆ, ਐਸੀ ਗੱਲ ਨਹੀਂ, ਪਰ ਨਾਲ ਲੋਕ ਸੇਵਾ ਵੀ ਕਰਦੇ ਆ, ਪੰਜਾਬੀ ਮੰਚ ਵੀ ਬਣਾਇਆ ਇਹਨਾਂ ਨੇ। ਦੇਖੋ ਅੱਗੇ ਕਿਸ ਤਰ੍ਹਾਂ ਵੱਧਦੇ ਆ। ਅੱਜ ਸਾਡੇ ਸਵਾਲਾਂ ਦਾ ਜਵਾਬ ਦਿੱਤੇ ਸਾਡੇ ਪ੍ਰੋਗਰਾਮ ਚਾਹੇ ਰਿਣੀ ਆ, ਧੰਨਵਾਦੀ ਆ। ਸਰੋਤਿਆਂ ਤੋਂ ਇਜਾਜ਼ਤ ਮੰਗਦਾ। ਸਤਿ ਸ੍ਰੀ ਅਕਾਲ, ਨਮਸਕਾਰ।